ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਹੁਣ ਅਕਲ ਤੇ ਸਮਝ ਤਰੱਕੀ ਪਰ ਹਨ। ਅੱਗੇ ਵੀ ਬੁੱਧ ਜੀ ਦੇ ਵੇਲੇ ਤੇ ਮਗਰੋਂ ਅਕਲਾਂ ਸਾਣੇ ਚੜੀਆਂ ਸਨ। ਕੋਮਲ ਉਨਰਾਂ ਤਰੱਕੀ ਕੀਤੀ ਸੀ। ਫਿਲਾਸਫੀ ਨੇ ਛਾਲਾਂ ਮਾਰੀਆਂ ਸਨ, ਕਾਨੂੰਨ ਬਣੇ ਸਨ, ਐਸ਼ ਦੇ ਸਮਾਨ ਤਰੱਕੀ ਤੇ ਗਏ ਸਨ। ਸਾਇੰਸ ਜਾਂ ਦਿਸਣ ਵਾਲੇ ਪਦਾਰਥ ਦੇ ਗਿਆਨ ਵੀ ਆਏ ਸਨ, ਪਰ ਕਿਸੇ ਸਮੇਂ ਵਿੱਚ ਸਾਇੰਸ ਦੀ ਤਰੱਕੀ ਦੇ ਐਸ਼ਵਰਜ ਦਾ ਇਹ ਪਤਾ ਅਜੇ ਨਹੀਂ ਚੱਲਦਾ ਕਿ ਇਸ ਔਜ ਤੇ ਇਹ ਵਿਗਿਆਨ ਕਦੇ ਅਪੜਿਆ ਹੋਵੇ ਜਿਸ ਤੇ ਹੁਣ ਅਪੜਿਆ ਹੈ। ਸਾਇੰਸ ਵਿਦਿਆ ਨੂੰ ਹੀ ਕਹਿੰਦੇ ਹਨ, ਪਰ ਇਹ ਦ੍ਰਿਸ਼ਟਮਾਨ ਦੀ ਵਿਦਿਆ ਹੈ ਤੇ ਇਸ ਵਿਦਿਆ ਦਾ ਵਿਸ਼ੇਸ਼ ਲੱਛਣ ਇਹ ਹੈ ਕਿ ਇਹ ਤਜਰਬੇ ਤੇ ਕਾਇਮ ਵਿਦਿਆ ਹੈ। ਜੋ ਜਾਣੀ ਜਾਏ ਗੱਲ ਉਹ ਸਾਬਤ ਹੋ ਜਾਏ ਤਜਰਬੇ ਨਾਲ। ਸਾਇੰਸ ਇਸ ਵੇਲੇ ਸੰਸਾਰ ਦੀ ਸੇਵਾ ਕਰ ਰਹੀ ਹੈ, ਪਰ ਇਹ ਨਿਰੀ ਖੋਜ, ਪੜਤਾਲ, ਪ੍ਰੀਖਿਆ ਤੇ ਆਪਣੇ ਪ੍ਰਚਾਰ ਵਿੱਚ ਹੀ ਨਹੀਂ ਟੁਰਦੀ। ਇਹ ਟੁਰਦੀ ਜਾਂਦੀ ਹੋਰਨਾਂ ਨਾਲ ਮੋਢੇ ਵੀ ਟਕਰਾਉਂਦੀ ਜਾਂਦੀ ਹੈ। ਧਰਮ ਦੇ ਖਿਆਲਾਂ ਉੱਤੇ ਵੀ ਇਹ ਵਾਰ ਕਰਦੀ ਹੈ ਤੇ ਫਿਲਾਸਫੀ ਨੂੰ ਵੀ ਕਿਤੇ ਧੱਕੇ ਤੋੜੇ ਲਾਉਂਦੀ ਹੈ ਤੇ ਕਦੇ ਆਪਣੇ ਵਜੂਦ ਨੂੰ ਵੀ ਜੋ 100 ਵਰੇ ਹੋਏ ਜਾਂ ਕਦੇ ਪਹਿਲੋਂ ਤਾਂ ਹੈ ਸੀ ਉਧੇੜਦੀ ਸਿਉਂਦੀ ਟੁਰਦੀ ਹੈ। ਜਿਨ੍ਹਾਂ ਧਰਮਾਂ ਵਿੱਚ ਐਸੇ ਖਿਆਲ ਸਨ ਕਿ ਉਹ ਗਲਤ ਹਨ, ਮਸਲਨ ਜ਼ਮੀਨ ਦੇ ਹੇਠ ਮੱਛੀ ਹੈ ਕਿ ਬਲਦ ਹੈ ਕਿ ਸੱਪ ਹੈ, ਉਹਨਾਂ ਨੂੰ ਸਾਇੰਸ ਨੇ ਗੋਲਾ ਮਾਰਿਆ ਹੈ ਕਿ ਜ਼ਮੀਨ ਹੇਠਾਂ ਕੁਝ ਨਹੀਂ ਤੇ ਇਹ ਕਿਸੇ ਐਸੇ ਥੰਮੇ ਦੇ ਆਸਰੇ ਨਹੀਂ। ਇਸੇ ਤਰ੍ਹਾਂ ਜੇ ਕਿਸੇ ਫਿਲਾਸਫੀ ਵਿੱਚ ਪੁਕਾਨੇ ਵਿੱਚ ਹਵਾ ਭਰ ਕੇ ਤੋਲੀ ਤੇ ਤਕੜੀ ਕਾਫੀ ਨਾਜ਼ੁਕ ਨਾ ਹੋਣ ਕਰਕੇ ਤੋਲ ਦਾ ਪਤਾ ਨਾ ਲੱਗਾ ਤੇ ਹਵਾ ਨੂੰ ਬੇਤੋਲ ਕਹਿ ਦਿੱਤਾ, ਤਾਂ ਉਸ ਨੂੰ ਅੱਜ ਸਾਇੰਸ ਨੇ ਠੁੱਡਾ ਲਾਇਆ ਹੈ। ਪਰੰਤੂ ਕੀ ਸਾਇੰਸ ਇਹ ਅਟਖੇਲੀਆਂ ਗੁਰੂ ਨਾਨਕ ਦੇ ਖਿਆਲਾਂ ਨਾਲ ਵੀ ਕਰਦੀ ਹੈ? ਅਸੀਂ ਦੇਖ ਚੁੱਕੇ ਹਾਂ ਕਿ ਨਹੀਂ। ਗੁਰੂ ਨਾਨਕ ਦੇਵ ਜੀ ਨੇ ਸਾਇੰਸ ਆਪਣਾ ਆਦਰਸ਼ ਨਹੀਂ ਸੀ ਬਣਾਇਆ, ਅਰਥਾਤ ਦਿਸਣ ਵਾਲੇ ਪਦਾਰਥਾਂ ਜਾਂ ਨਾ ਦਿਸਣ ਵਾਲੇ ਪਰ ਕਿਸੇ ਨਾ ਕਿਸੇ ਤਰ੍ਹਾਂ ਇੰਦਰੀਆਂ ਦੁਆਰਾ ਜਾਣੇ ਜਾਣ ਵਾਲੇ ਪਦਾਰਥਾਂ ਦੀ ਖੋਜ, ਪੜਤਾਲ, ਤਜਰਬੇ ਦੀ ਪ੍ਰੀਖਿਆਸ਼ਾਲਾ ਉਹਨਾਂ ਨੇ ਨਹੀਂ ਸੀ ਖੋਲ੍ਹੀ। ਉਹ ਇਹਨਾਂ ਵਿਦਿਆ ਦੇ ਖੋਜ ਲੈਣ ਵਾਲੇ, ਪਦਾਰਥਾਂ ਨੂੰ ਜਾਣਨ ਵਾਲੇ, ਸਰੀਰ ਦੇ ਅੰਦਰ ਬੈਠੇ ਦੇਖਣ ਵਾਲੇ ਅੰਦਰਲੇ ਦੀ ਵਿਦਿਆ ਦੇ ਗੁਰੂ ਸਨ ਤੇ ਇਹੋ ਵਿਦਿਆ ਉਹਨਾਂ ਸਿਖਾਈ। ਪਰੰਤੂ ਇਸ ਵਿਦਿਆ ਦੀਆਂ ਗੱਲਾਂ ਕਰਦਿਆਂ ਲੱਗਦੇ ਹੱਥ ਕਈ ਪਦਾਰਥ ਦੇ ਜ਼ਿਕਰ ਆ ਜਾਂਦੇ ਹਨ ਤੇ ਉਹਨਾਂ ਦੇ ਗੁਣ ਸੁਭਾਵਾਂ ਤੇ ਵਿਸਤਾਰ ਬਾਬਤ ਕੁਝ ਮੂੰਹੋਂ ਨਿਕਲ ਜਾਂਦਾ ਹੈ। ਸੋ ਐਸੇ ਮੌਕਿਆਂ ਤੇ ਪਦਾਰਥਾਂ ਦੀ ਵਿਦਿਆ ਦੇ ਕਿਸੇ ਮਾਮਲੇ ਦਾ ਜ਼ਿਕਰ ਆਇਆ ਹੈ ਤਾਂ ਅਸੀਂ ਕੀ ਦੇਖਦੇ ਹਾਂ ਕਿ ਗੁਰੂ ਨਾਨਕ ਜੀ ਦੇ ਖਿਆਲਾਤ ਬਿਲਕੁਲ ਦਰੁਸਤ ਹਨ। ਜੋ ਮਾਲੂਮੀਆਂ ਸਾਇੰਸ ਨੂੰ ਇਸ ਸਦੀ ਦੇ ਲਗਭਗ ਹੋਈਆਂ ਹਨ, ਉਹ ਸੁੱਤੇ ਸਿੱਧ ਸਤਿਗੁਰੂ ਜੀ ਨੂੰ ਉਸ ਵੇਲੇ ਮਾਲੂਮ ਸਨ। ਯਾਨੀ ਉਹ ਸਨ ਤਾਂ ਦੇਖਣਹਾਰ ਦੀ ਵਿਦਿਆ ਦੇ ਗੁਰੂ, ਪਰ ਜੇ ਕਦੇ ਲੱਗਦੇ ਹੱਥ ਉਹਨਾਂ ਦੇ ਖਿਆਲਾਤ ਜਾਂ ਅਨੁਭਵ ਦਿਸਣਹਾਰ ਦੀ ਵਿਦਿਆ ਦੇ ਮੁਤਲਕ ਪ੍ਰਗਟ ਹੋਏ ਤਾਂ ਉਹ ਬਿਲਕੁਲ ਸਹੀ ਅਤੇ ਦਰੁਸਤ ਸਨ। ਇਹ ਗੱਲ ਹੈਰਾਨੀ ਵਿੱਚ ਪਾਉਂਦੀ ਹੈ ਕਿ ਸਾਇੰਸ ਦੇ ਲਗਭਗ ਹਨੇਰੇ ਸਮੇਂ ਵਿੱਚ ਉਸ ਦੇਖਣਹਾਰ ਦੀ ਵਿਦਿਆ ਦੇ ਉਸਤਾਦ ਨੂੰ ਦਿਸਣਹਾਰ ਦੀ ਵਿਦਿਆ ਦੇ ਦਰੁਸਤ ਅਨੁਭਵ ਬਿਨਾਂ ਤਜਰਬੇ ਤੇ ਪ੍ਰੀਖਿਆਸ਼ਾਲਾ ਤੇ ਕਿਤਾਬਾਂ ਦੇ ਉਸਤਾਦਾਂ ਦੇ ਕੀਕੂ ਠੀਕ ਮਾਲੂਮ ਸਨ। ਮਸਲਨ ਉਹ ਦੱਸਦੇ ਹਨ ਕਿ ਜ਼ਮੀਨ ਹੇਠਾਂ ਬਲਦ ਨਹੀਂ ਹੈ ਤੇ ਇਹ ਖਿਆਲ ਗਲਤ ਹੈ। ਸੂਰਜ ਨੂੰ ਖੜਾ ਨਹੀਂ ਦੱਸਦੇ, ਕਹਿੰਦੇ ਹਨ ਕਿ ਇਹ ਵੀ ਟੁਰਦਾ ਹੈ। ਪਤਾਲ ਤੇ ਆਕਾਸ਼ 7 ਦੱਸੇ ਜਾਂਦੇ ਸਨ, ਪਰ ਗੁਰੂ ਜੀ ਅਣਗਿਣਤ ਦੱਸਦੇ ਹਨ। ਸੂਰਜ ਚੰਦ ਇੱਕ ਹੀ ਨਹੀਂ ਦੱਸਦੇ, ਕਹਿੰਦੇ ਹਨ ਕੇਤੇ ਇੰਦ ਚੰਦ ਸੂਰ ਕੇਤੇ। ਇਹ ਦੋ ਹੀ ਖਿਆਲ ਵੰਨਗੀ ਮਾਤਰ ਹਨ। ਇਹਨਾਂ ਤੋਂ ਸਾਡਾ ਇਹ ਮਤਲਬ ਨਹੀਂ ਕਿ ਗੁਰੂ ਜੀ ਸਾਇੰਸ ਦੇ ਤਜਰਬੇ ਕਰਦੇ ਸਨ। ਨਹੀਂ, ਉਹ ਕਿਸੇ ਹੋਰ ਵਿਦਿਆ ਦੇ ਗੁਰੂ ਸਨ। ਉਹਨਾਂ ਦੀ ਵਿਦਿਆ ਨਾਲ ਇਨਸਾਨ ਕਿਕੂ ਜੀਵਨ ਸੁਖੀ ਲੰਘੇ ਤੇ ਆਪਣੇ ਆਸ਼ੇ ਨੂੰ ਪੂਰਾ ਕਰੇ ਤੇ ਚੋਲੇ ਛੱਡਣ ਬਾਅਦ ਤਰੱਕੀ ਦੇ ਮੰਡਲ ਅਪੜੇ ਦੀ ਗਮਤਾ ਪੈਦਾ ਕਰਦਾ ਹੈ। ਇਹ ਵਿਦਿਆ ਅਰਥਾਤ ਸਾਇੰਸ ਵਧੀ ਤੇ ਇਹਨਾਂ ਨੇ ਸੁੱਖ ਵੀ ਕਈ ਪੈਦਾ ਕੀਤੇ, ਪਰ ਇਸ ਨੇ ਅੰਦਰਲੇ ਦੇ ਸੁਭਾਅ ਨੂੰ ਨਹੀਂ ਬਦਲਿਆ। ਜੇ ਅੰਦਰਲਾ ਗਰਜ਼ੀ ਤੇ ਸਵਾਰਥੀ ਸੀ ਤਾਂ ਹੋਰ ਤ੍ਰਿਖਾ ਤੇ ਸਵਾਰਥੀ ਬਣ ਗਿਆ ਹੈ ਤੇ ਆਪਣੇ ਲਈ ਤੇ ਭਾਈਚਾਰੇ ਲਈ ਜਾਂ ਇੱਕ ਕੌਮ ਦੂਜੀ ਕੌਮ ਲਈ ਹਾਨੀਕਾਰਕ ਉਦਮਾਂ ਵਿੱਚ ਹੀ ਤਤਪਰ ਹੈ। ਭਾਵੇਂ ਉੱਚੇ ਆਦਰਸ਼ ਤਾਂ ਹਨ ਤੇ ਵਧੇ ਹਨ, ਇਨਸਾਨੀ ਸੁੱਖ ਤੇ ਭੋਗਾਂ ਦੇ ਸਮਾਨ ਵੀ ਵਧੇ ਹਨ, ਪਰ ਵਰਤੋਂ ਵਿੱਚ ਇਨਸਾਨ ਬਹੁਤਾ ਪਸ਼ੂ ਬ੍ਰਿਤੀ ਦੇ ਸੁਆਦਾਂ ਤੇ ਰਸਾਂ ਵੱਲੋਂ ਮੁੜਿਆ ਨਹੀਂ। ਸਤਿਗੁਰੂ ਦਾ ਆਦਰਸ਼ ਇਹ ਸੀ ਕਿ ਇਹ ਬਾਹਰਲੀਆਂ ਵਿਦਿਆ ਬੇਸ਼ੱਕ ਵਧਣ, ਪਰ ਪਹਿਲਾਂ ਅੰਦਰਲਾ ਪਸ਼ੂ ਪੁਣੇ ਤੋਂ ਮਨੁੱਖ ਪੁਣੇ ਤੇ ਦੇਵਤਾ ਪੁਣੇ ਵਿੱਚ ਆ ਜਾਵੇ, ਫਿਰ ਇਸ ਦੀ ਸਾਰੀ ਪਦਾਰਥ ਵਿਦਿਆ ਉਸ ਆਸ਼ੇ ਨੂੰ ਪੂਰਾ ਕਰੇਗੀ ਜਿਸ ਲਈ ਇਹ ਜੀਵਨ ਹੈ ਤੇ ਜਿਸ ਲਈ ਇਹ ਸੰਸਾਰ ਹੈ। ਇਸ ਕਰਕੇ ਉਹ ਸਾਰੀ ਆਯੂ ਆਪਣੀ ਵਿਦਿਆ ਸਿਖਾਉਂਦੇ ਰਹੇ, ਪਰ ਉਸ ਦੇ ਸਿਖਾਉਣ ਵਿੱਚ ਉਹਨਾਂ ਨੇ ਇਸ ਵਿਦਿਆ ਦੇ ਮੁਤਲਕ ਐਸੇ ਖਿਆਲ ਨਹੀਂ ਛੱਡੇ ਕਿ ਸਾਇੰਸ ਅੱਜ ਉਹਨਾਂ ਤੇ ਹਮਲਾ ਕਰਕੇ ਕਹਿ ਸਕੇ ਕਿ ਉਹਨਾਂ ਦੇ ਖਿਆਲਾਤ ਦਿਸਣ ਵਾਲੇ ਪਦਾਰਥਾਂ ਬਾਬਤ ਗਲਤ ਹਨ।
ਸਤਿਗੁਰੂ ਦੇ ਸਾਇੰਸ ਸੰਬੰਧੀ ਖਿਆਲਾਤ ਦਰੁਸਤ ਨਿਕਲੇ ਹਨ ਔਰ ਸਾਇੰਸ ਦੇ ਜਨਮ ਤੋਂ ਪਹਿਲਾਂ ਦਰੁਸਤ ਨਿਕਲੇ ਹਨ। ਸਾਇੰਸ ਵੇਤਾ ਜਦੋਂ ਆਪਣਾ ਮੰਡਲ ਛੱਡ ਕੇ ਰੂਹ ਦੀ ਹਸਤੀ, ਖੁਦਾ ਦੀ ਹਸਤੀ, ਮਰਨ ਬਾਅਦ ਜੀਵਨ ਹੈ ਕਿ ਨਹੀਂ ਵਿੱਚ ਜਾਂਦੇ ਹਨ ਤਾਂ ਉਹ ਆਪਣਾ ਮੰਡਲ ਛੱਡ ਜਾਂਦੇ ਹਨ। ਉਹ ਦਿਸਣਹਾਰ ਦੀ ਵਿੱਦਿਆ ਵਿੱਚੋਂ ਨਿਕਲ ਕੇ ਦੇਖਣਹਾਰ ਦੀ ਵਿੱਦਿਆ ਵਿੱਚ ਚਲੇ ਜਾਂਦੇ ਹਨ, ਪਰ ਆਪਣੇ ਨਾਲ ਸੰਦ ਬੰਦ ਹਥਿਆਰ ਤੇ ਔਜ਼ਾਰ ਉਹ ਦਿਸਣਹਾਰ ਦੀ ਵਿੱਦਿਆ ਦੇ ਲੈ ਜਾਂਦੇ ਹਨ ਤੇ ਇਸ ਤਰ੍ਹਾਂ ਕਈ ਵਾਰ ਗਲਤ ਹੁਕਮ ਸੁਣਾ ਦਿੰਦੇ ਹਨ। ਪਰ ਇੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਖਿਆਲ ਅਟਲ ਖਲੋਂਦੇ ਹਨ। ਮਸਲਨ ਜਗਤ ਉਤਪਤੀ ਦੀਆਂ ਮਜ਼ਹਬੀ ਥਿਊਰੀਆਂ ਨੂੰ ਸਾਇੰਸ ਉਡਾ ਦਿੰਦੀ ਹੈ। ਚਾਹੇ ਅਜੇ ਸਾਇੰਸ ਆਪ ਇਸ ਪਾਸੇ ਕਾਫੀ ਤਰੱਕੀ ਨਹੀਂ ਕਰ ਚੁੱਕੀ, ਤਾਂ ਵੀ ਗੁਰੂ ਨਾਨਕ ਦੇਵ ਜੀ ਜਗਤ ਉਤਪਤੀ ਦੇ ਕਾਰਨ ਨੂੰ ਕਿਸੇ ਪਦਾਰਥਕ ਗਿਆਨ ਵਿੱਚ ਨਹੀਂ ਛੱਡਦੇ ਤੇ ਨਾ ਕੋਈ ਮਸਲਾ ਕੱਢਦੇ ਹਨ। ਉਹ ਦੱਸਦੇ ਹਨ ਕਿ ਇਸ ਦਾ ਕਾਰਨ ਅਨੰਤ ਵਿੱਚ ਹੈ, ਉਸ ਦਾ ਕੋਈ ਕ੍ਰਿਸ਼ਮਾ ਹੈ ਜਿਸ ਦਾ ਨਾਂ ਉਹ ਹੁਕਮ ਰੱਖਦੇ ਹਨ ਤੇ ਉਸ ਨੂੰ ਅਗੰਮ ਦੱਸਦੇ ਹਨ। ਸੋ ਉਹ ਸਾਇੰਸ ਵੇਤਾ ਨੂੰ ਦੱਸਦੇ ਹਨ ਕਿ ਜੀਕੂ ਤੁਸੀਂ ਅੱਗ ਨੂੰ ਜਾਣਦੇ ਹੋਏ ਨਹੀਂ ਜਾਣਦੇ ਕਿ ਇਹ ਕਿਉਂ ਬਲਦੀ ਹੈ, ਕਿਉਂ ਸਾੜਦੀ ਹੈ, ਇਸੇ ਤਰ੍ਹਾਂ ਪਦਾਰਥਾਂ ਦੇ ਮੇਲ ਜੋਲ, ਉਨਤੀ, ਸਿੰਜਰਨ, ਮੋਲਣ ਦੇ ਕਾਨੂੰਨ ਤੁਸੀਂ ਜਾਣੋ, ਪਰੰਤੂ ਤੁਸੀਂ ਅਨੰਤ ਦੇ ਹੁਕਮ ਦੇ ਕਾਨੂੰਨ ਨੂੰ ਨਹੀਂ ਜਾਣ ਸਕਦੇ। ਉਹ ਦੂਸਰੀ ਵਿੱਦਿਆ ਹੈ ਔਰ ਉੱਥੇ ਲੈਬੋਰਟਰੀ ਦੀ ਮੇਜ਼ ਤਜਰਬੇ ਦਾ ਮੰਡਲ ਨਹੀਂ, ਪਰ ਮਨੁੱਖ ਦਾ ਅੰਦਰਲਾ ਆਪ ਹੀ ਤਜਰਬੇਕਾਰ ਹੈ ਤੇ ਉਸ ਦਾ ਆਪਾ ਹੀ ਤਜਰਬੇ ਦੀ ਮੇਜ਼ ਹੈ ਤੇ ਆਪੇ ਦਾ ਡਾਇਲ ਹੀ ਲਖਾਵਨਹਾਰ ਹੈ। ਅਰਥਾਤ ਉਸ ਗਿਆਨ ਤੇ ਜਾਂ ਉਸ ਵਿੱਦਿਆ ਦੇ ਖੇਤਰ ਤੇ ਖੇਤਰਗ ਇੱਕੋ ਹਨ। ਕਈ ਵਾਰ ਸਾਇੰਸ ਆਖਦੀ ਹੈ ਰੱਬ ਹੈ ਨਹੀਂ, ਸਤਿਗੁਰੂ ਨਾਨਕ ਆਖਦਾ ਹੈ, ਹੇ ਭਲੇ ਪੁਰਖ, ਆਪਣੀ ਵਿੱਦਿਆ ਦੀ ਹੱਦ ਵਿੱਚ ਰੋ, ਤੂੰ ਕੁਦਰਤ ਦੀ ਖੋਜ ਵਿੱਚ ਹੈ। ਉਹ ਤੇਰੀ ਕੁਦਰਤ ਦੀ ਵਿੱਦਿਆ ਦੇ ਕਾਇਦਿਆਂ ਨੂੰ ਉੱਚਾ ਹੈ, ਉਹ ਕਾਦਰ ਹੈ। ਸਤਿਗੁਰੂ ਕੁਦਰਤ ਤੇ ਕਾਦਰ ਦਾ ਹਿਸਾਬ ਇਉਂ ਦੱਸਦੇ ਹਨ। ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭੋ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆ ਕੁਦਰਤ ਬਦੀਆ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬਹਿ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ, ਨਾਨਕ ਹੁਕਮੇ ਅੰਦਰ ਵੇਖੈ, ਵਰਤੇ ਤਾਕੋ ਤਾਕ। ਸੁਣਨ ਵਿੱਚ, ਦੇਖਣ ਵਿੱਚ, ਪ੍ਰਤੀਤੀ ਵਿੱਚ ਆਉਣ ਵਾਲੀ ਸਾਰੀ ਸਮੁਦਾਇ ਕੁਦਰਤ ਦੀ ਫਹਿਰਿਸਤ ਵਿੱਚ ਹੈ। ਆਕਾਰ ਸਭ ਕੁਦਰਤ ਹੈ। ਹੇ ਜੀਵ, ਤੇਰੀ ਸਾਰੀ ਵਿਚਾਰ ਵਿੱਦਿਆ ਪੁਸਤਕਾਂ ਸਭ ਕੁਦਰਤ ਹਨ। ਇਹ ਸਾਰੀ ਕੁਦਰਤ ਕੀਤੀ ਹੋਈ ਹੈ। ਇਸ ਦਾ ਇੱਕ ਹੋਰ ਕਾਦਰ ਹੈ ਜੋ ਇਸ ਦੇ ਕਾਨੂੰਨਾਂ ਦੇ ਹੇਠ ਨਹੀਂ, ਉਹਨਾਂ ਤੋਂ ਉੱਚਾ ਹੈ, ਇਹਨਾਂ ਤੋਂ ਪਾਕ ਹੈ, ਬਿਲਕੁਲ ਪਾਕ ਹੈ। ਉਹ ਕਾਦਰ ਆਪਣੀ ਇੱਕ ਤਾਕਤ ਹੁਕਮ ਵਿੱਚ ਇਸ ਸਾਰੀ ਦਾ ਸ੍ਰਿਸ਼ਟਾ ਹੈ ਤੇ ਇਸ ਨਾਲ ਉਸੇ ਹੁਕਮ ਨਾਲ ਵਰਤਦਾ ਹੈ। ਇਸ ਕੁਦਰਤ ਵਿੱਚ ਉਹ ਵਸਿਆ ਹੋਇਆ ਵੀ ਹੈ, ਪਰ ਉਹ ਵਰਤਦਾ ਕਾਦਰ ਹੋ ਕੇ ਹੈ ਤੇ ਉਸ ਦੀ ਵਰਤਨ ਦੀ ਤਰਕੀਬ ਦਾ ਨਾਮ ਹੁਕਮ ਹੈ ਤੇ ਉਹ ਵਰਤਦਾ ਹੋਇਆ ਇੱਕੋ ਇੱਕ ਹੈ। ਕੁਦਰਤ ਦੇ ਸਭ ਕਾਨੂੰਨਾਂ ਤੋਂ ਪਾਕ ਹੈ, ਪਰੇ ਹੈ, ਉੱਚਾ ਹੈ ਤੇ ਉਹਨਾਂ ਪਰ ਹਾਵੀ ਹੈ। ਉਸ ਨੂੰ ਜਾਣਨੇ ਲਈ ਤੇਰੀ ਸਮਝ ਨਹੀਂ ਕੰਮ ਕਰ ਸਕਦੀ। ਇਹ ਤੇਰੀ ਸਮਝ ਕੁਦਰਤ ਦਾ ਹਿੱਸਾ ਹੈ। ਇਹ ਕਾਦਰ ਨੂੰ ਨਹੀਂ ਜਾਣ ਸਕਦੀ। ਜੇ ਤੂੰ ਜਾਣਨਾ ਹੈ ਤਾਂ ਸਾਡੀ ਵਿੱਦਿਆ ਵਿੱਚ ਆ। ਫਿਰ ਸਤਿਗੁਰੂ ਵਿਸਮਾਦ ਦਾ ਤਰੀਕਾ ਦੱਸਦੇ ਹਨ, ਜਿਸ ਨਾਲ ਰੱਬ ਲੱਖੀਦਾ ਹੈ, ਜਿਸ ਨਾਲ ਕਾਦਰ ਦਾ ਅਨੁਭਵ ਸਾਖੀ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ। ਵਿਸਮਾਦ ਅਵਸਥਾ ਨੂੰ ਸਮਝਣ ਲਈ ਅਸੀਂ ਇੱਕ ਮਿਸਾਲ ਦੀ ਵਰਤੋਂ ਦਾ ਤਜਰਬਾ ਦਿੰਦੇ ਹਾਂ। ਜਦੋਂ ਵੀ ਸੁੰਦਰ ਪਦਾਰਥ ਅਚਾਨਕ ਦੇਖੋ, ਉਸ ਵੇਲੇ ਇੱਕ ਪਲਕਾਰਾ ਬੇਸੁੱਧੀ ਜਿਹੀ ਦਾ ਲੰਘਦਾ ਹੈ ਜੋ ਬਹੁਤ ਹੀ ਥੋੜਾ ਚਿਰ ਰਹਿੰਦਾ ਹੈ। ਮਾਨੋ ਉਸੇ ਦਾ ਮਨ ਦੀ ਸ਼ਕਤੀ ਸੋਚਣ, ਜਾਣਨ, ਪ੍ਰਤੀਤੀ ਦੀ ਖੜੋ ਜਾਂਦੀ ਹੈ। ਉਸ ਵੇਲੇ ਹੁੰਦਾ ਕੀ ਹੈ? ਅੰਦਰਲਾ ਉਸ ਵੇਲੇ ਅਨੰਤ ਨਾਲ ਠੋਕਰ ਖਾਂਦਾ ਹੈ। ਖਾਂਦੇ ਸਾਰ ਜਦ ਆਪ ਫਿਰ ਪਿੱਛੇ ਮੁੜਦਾ ਹੈ ਤਾਂ ਝਟਪਟ ਬੁੱਧੀ ਫਿਰ ਕੰਮ ਕਰਦੀ ਹੈ ਤੇ ਆਖਦੀ ਹੈ ਵਾਹ ਵਾਹ, ਤੇ ਵਾਹ ਵਾਹ ਕਹਿ ਕੇ ਹੋਰ ਕੁਝ ਦੱਸ ਨਹੀਂ ਸਕਦੀ। ਪਰ ਉਸ ਡੁਬਕੇ ਦਾ ਅਨੁਭਵ ਕਿਸੇ ਸਵਾਦ ਦੀ ਯਾਦ ਵਿੱਚ ਪ੍ਰਤੀਤ ਕਰਦੀ ਹੈ ਜੋ ਆਪੇ ਨੂੰ ਅਨੰਤ ਵਿੱਚ ਵੱਜਾ ਸੀ ਤੇ ਜਿਸ ਦੀ ਛੋਹ ਆਪੇ ਨੇ ਬੁੱਧੀ ਨੂੰ ਆ ਕੇ ਲਾਈ ਸੀ। ਗੁਰੂ ਜੀ ਦੱਸਦੇ ਹਨ ਕਿ ਆਪਣੀ ਵਿਚਾਰ ਸੋਚ ਤੋਂ ਜੋ ਕੁਦਰਤ ਦਾ ਹਿੱਸਾ ਹੈ, ਉੱਚਾ ਉੱਠ ਤੇ ਵਿਸਮਾਦ ਵਿੱਚ ਆ। ਵਿਸਮਾਦ ਤੈਨੂੰ ਅੰਦਰਲੇ ਆਪੇ ਵੱਲ ਰੁਖ ਦੇਵੇਗਾ। ਹਾਂ, ਇਉਂ ਆਪਣੇ ਅੰਦਰ ਆ, ਆਪਣੇ ਅੰਦਰਲੇ ਵਿੱਚ ਟਿਕ। ਅੰਦਰੋਂ ਜਦ ਵਿਸਮਾਦ ਤੋਂ ਲੀਨਤਾ ਵਿੱਚ ਜਾਵੇਂਗਾ ਤਾਂ ਤੈਨੂੰ ਅਨੰਤ ਦੀ ਛੂਹ ਦਾ ਤਜਰਬਾ ਹੋ ਜਾਵੇਗਾ। ਜੇ ਤੂੰ ਇਸ ਦੀ ਜਾਂਚ ਸਿੱਖਣੀ ਚਾਹੇ ਤਾਂ ਸਿਮਰਨ ਵਿੱਚ ਆ, ਜਿਸ ਨਾਲ ਲਿਵ ਲੱਗੇਗੀ। ਇਸ ਲਿਵ ਵਿੱਚ ਅਨੰਤ ਦੀ ਛੂਹ ਦੇ ਠਹੋਲੇ ਆਇਆ ਕਰਨਗੇ। ਤਦ ਤੈਨੂੰ ਕਾਦਰ ਦੀ ਸੋਝੀ ਹੋ ਜਾਵੇਗੀ।
ਫਿਰ ਤੈਨੂੰ ਦ੍ਰਿਸ਼ਟਮਾਨ ਦੇ ਪਦਾਰਥਾਂ ਵਿੱਚ ਵੀ ਉਸ ਦੇ ਵਿਸਮਾਦ ਦਾ ਝਲਕਾ ਦਿਸੇਗਾ। ਜੀਕੂ ਲੋਕੀ ਸੰਤਰੇ ਵਿੱਚ ਸੰਤਰਾ ਵੇਖਦੇ ਹਨ, ਪਰ ਹੇ ਸਾਇੰਸਵੇਤਾ, ਤੈਨੂੰ ਇਸ ਵਿੱਚ ਸਾਈਟਰਿਕ ਐਸਿਡ ਬੈਠਾ ਹੋਇਆ ਨਜ਼ਰ ਪੈਂਦਾ ਹੈ। ਸੰਤਰੇ ਵਿੱਚੋਂ ਨਿੰਬੂ ਖਟਾਸ ਜੁਦਾ ਕਰਕੇ ਵੇਖਣ ਲਈ ਕੈਮਿਸਟਰੀ ਵਿਦਿਆ ਦੀ ਲੋੜ ਹੈ। ਵਾਹਿਗੁਰੂ ਵਿਆਪਕ ਦੇ ਝਲਕੇ ਲਈ ਪਹਿਲਾਂ ਸਿਫਤ ਸਲਾਹ ਤੇ ਨਾਮ ਦੀ ਅਨੁਭਵੀ ਵਿਦਿਆ ਦੀ ਲੋੜ ਹੈ। ਗੱਲ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਜੀ ਇਸ ਵਿਦਿਆ ਦੇ ਨਿਰੇ ਮਸਲੇ ਮਾਤਰ ਨਹੀਂ ਦਿੰਦੇ, ਸਗੋਂ ਅਮਲੀ ਤਜਰਬੇ ਵਿੱਚ ਆਉਣ ਵਾਲੇ ਅਸੂਲ ਦੱਸਦੇ ਹਨ, ਜਿਨ੍ਹਾਂ ਦੇ ਵਿਸਥਾਰ ਦੀ ਇੱਥੇ ਲੋੜ ਨਹੀਂ। ਮਰਨ ਦੇ ਬਾਅਦ ਜੀਵ ਦੇ ਰਹਿਣ ਬਾਬਤ ਸਤਿਗੁਰੂ ਜੀ ਸਾਫ਼ ਪਤੇ ਦਿੰਦੇ ਹਨ। ਪੱਛਮ ਵਿੱਚ ਵੀ ਹੁਣ ਖੋਜ ਪੜਤਾਲ ਇਸ ਪਾਸੇ ਰੁਖ ਕਰ ਰਹੀ ਹੈ ਤੇ ਕਈ ਵੱਡੇ ਸਾਇੰਸਵੇਤਾ ਵੀ ਇਸ ਦੀ ਹੋਂਦ ਬਾਬਤ ਪੁਸਤਕਾਂ ਲਿਖ ਰਹੇ ਹਨ। ਸੋ ਗੁਰੂ ਨਾਨਕ ਦੇਵ ਜੀ ਦੇ ਅਨੁਭਵ ਨੂੰ ਆਪਣੇ ਸੱਚ ਦੇ ਆਧਾਰ ਤੇ ਹੋਣ ਕਰਕੇ ਜਿਉਂ ਕਾ ਤਿਉਂ ਜਗਤ ਆਧਾਰ ਹੋਣ ਦਾ ਅਹਿਲ ਪਦ ਪ੍ਰਾਪਤ ਹੈ। 5 ਸਦੀਆਂ ਵਿੱਚ ਫਿਲਾਸਫੀ, ਭਾਈਚਾਰਕ ਵਿਦਿਆ ਤੇ ਸਾਇੰਸ ਵਿੱਚ ਬੜੀਆਂ ਤਬਦੀਲੀਆਂ ਹੋਈਆਂ ਹਨ, ਪਰੰਤੂ ਉਹਨਾਂ ਦਾ ਅਨੁਭਵ ਜਿਉਂ ਦਾ ਤਿਉਂ ਸੱਚ ਪਰ ਟਿਕਿਆ ਨਵਾਂ ਨਿਕੋਰ ਖੜਾ ਹੈ। ਸਤਿਗੁਰੂ ਨਾਨਕ ਦਾ ਅਨੁਭਵ ਸਰਬਕਾਲੀ ਹੈ ਤੇ ਗੁਰੂ ਨਾਨਕ ਸਰਬਕਾਲੀ ਸਤਿਗੁਰੂ ਹੈ। ਸੋ ਸਤਿਗੁਰੂ ਜੀ ਨੇ ਪਦਾਰਥਕ ਵਿਦਿਆ ਤੇ ਆਤਮ ਵਿਦਿਆ ਦੇ ਟਿਕਾਣੇ ਸਪਸ਼ਟ ਦੱਸ ਦਿੱਤੇ। ਜੋ ਦਿਸਦਾ ਭਾਸਦਾ ਜਾਣੀਦਾ ਹੈ, ਵਿਚਾਰ ਸਮੇਤ ਸਭ ਕੁਦਰਤ ਹੈ, ਇਸ ਦੀ ਖੋਜ ਸਾਇੰਸ ਤੇ ਵਿਦਿਆ ਨੇ ਕਰਨੀ ਹੈ, ਇਹ ਕਰੇ। ਸਤਿਗੁਰੂ ਆਪ ਇਸ ਦੇ ਦਰੁਸਤ ਖਿਆਲ ਦੇ ਗਏ ਹਨ ਤੇ ਗਲਤ ਖਿਆਲਾਂ ਨੂੰ ਕੱਟ ਕੇ ਇਸ ਦੀ ਮਾਨੋ ਨੀਂਹ ਧਰ ਗਏ ਹਨ, ਪਰ ਨਾਲ ਹੀ ਆਪਣਾ ਇਹ ਭੁਲੇਖਾ ਕੱਟ ਗਏ ਹਨ ਕਿ ਇਹ ਵਿਦਿਆ ਕਾਦਰ ਦੀ ਵਿਦਿਆ ਨੂੰ ਜਾਣ ਸਕੇ। ਇਨਸਾਨ ਦੀ ਬੁੱਧੀ ਕੁਦਰਤ ਦਾ ਹਿੱਸਾ ਉਹਨਾਂ ਨੇ ਦੱਸਿਆ ਇਹ ਕਾਦਰ ਨੂੰ ਜਾਣ ਨਹੀਂ ਸਕਦੀ, ਜਿਵੇਂ ਕਿ ਇਹ ਦ੍ਰਿਸ਼ਟਮਾਨ ਨੂੰ ਜਾਣ ਸਕਦੀ ਹੈ। ਕਾਦਰ ਨੂੰ ਜਾਣਨਾ ਦ੍ਰਿਸ਼ਟਾਂ ਦਾ ਅਨੁਭਵ ਕਰਨਾ ਹੈ। ਜਿਵੇਂ ਨਜ਼ਰ ਨਾਲ ਜਗਤ ਵੇਖਦਾ ਹੈ, ਪਰ ਨਜ਼ਰ ਨੂੰ ਦ੍ਰਿਸ਼ਟਮਾਨ ਕਰਕੇ ਹੋਰ ਦਿਸਦੇ ਪਦਾਰਥਾਂ ਵਾਂਗੂ ਨਹੀਂ ਵੇਖ ਸਕੀਦਾ। ਨਜ਼ਰ ਨੂੰ ਦ੍ਰਿਸ਼ਟਾ ਪੰਨੇ ਦੇ ਰੰਗ ਵਿੱਚ ਲੱਖੀਦਾ ਹੈ। ਸੋ ਸਰਬ ਦ੍ਰਿਸ਼ਟਾ ਵਾਹਿਗੁਰੂ ਨੂੰ ਜਾਣਨ ਲਈ ਉਹਨਾਂ ਦਾ ਦੱਸਿਆ ਅਮਲੀ ਤਰੀਕਾ ਸਿਫਤ ਸਲਾਹ ਤੇ ਸਿਮਰਨ ਦਾ ਧਾਰਨ ਕਰੋ ਤੇ ਲਿਵ ਵਿੱਚ ਜਾਓ। ਉੱਥੇ ਸਿੱਧ ਜਾਂ ਸੁੱਧ ਇੱਕ ਹੋਰ ਬੁੱਧੀ ਲਿਸ਼ਕਾਰਾ ਮਾਰੇਗੀ, ਜਿਸ ਦੁਆਰਾ ਆਪੇ ਵਿੱਚ ਆਪੇ ਦਾ ਦ੍ਰਿਸ਼ਟਾ ਸਰੂਪ, ਸਾਖੀ ਸਰੂਪ, ਦੇਖਣਹਾਰ ਜਾਣਨਹਾਰ ਰੂਪ ਦਾ ਅਨੁਭਵ ਵੱਜਦਾ ਹੈ ਤੇ ਪੜ੍ਹਿਆ ਅਨਪੜ੍ਹਿਆ ਅੰਦਰਲੇ ਦੀ ਸੋਝੀ ਪਾ ਸਕਦਾ ਹੈ, ਜੋ ਸੋਝੀ ਕਿ ਦ੍ਰਿਸ਼ਟਮਾਨ ਢੰਗ ਦੀ ਨਹੀਂ। ਇਉਂ ਗੁਰੂ ਨਾਨਕ ਦੇ ਦੱਸੇ ਖਿਆਲ ਮੰਡਲ ਵਿੱਚ ਅਤਰੰਗ ਤੇ ਬਹੁ ਰੰਗ ਵਿਦਿਆ ਹੱਥੋਂ ਹੱਥੀ ਟੁਰਦੀਆਂ ਹਨ ਤੇ ਟੱਕਰਦੀਆਂ ਨਹੀਂ ਹਨ। ਸਭ ਤੇ ਵੱਡਾ ਸਤਿਗੁਰੂ ਨਾਨਕ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਚਿਰਾਂ ਦੀ ਗੱਲ ਹੈ ਕਿ ਇੱਕ ਵਿਆਹ ਦੇ ਮੌਕਿਆਂ ਤੇ ਸੱਚਖੰਡ ਵਾਸੀ ਸੰਤ ਸਵਾਇਆ ਸਿੰਘ ਜੀ ਸਾਡੇ ਘਰ ਆਏ ਸੀ। ਸਤਸੰਗ ਦੀਆਂ ਗੱਲਾਂ ਬਾਤਾਂ ਕਰਦੇ ਹੋਏ ਆਪ ਨੇ ਫਰਮਾਇਆ, ਗੁਰੂ ਨਾਨਕ ਦੇਵ ਜੀ ਤੇ ਜ਼ਰਾ ਦਇਆ ਕਰਿਆ ਕਰੋ। ਉਹਨਾਂ ਦਾ ਇਹ ਵਾਕ ਸੁਣ ਕੇ ਸਾਰੇ ਤਰਬਕ ਗਏ, ਪਰ ਉਹ ਆਪ ਹੀ ਕਿਸੇ ਦੇ ਕੁਝ ਪੁੱਛਣ ਤੋਂ ਪਹਿਲਾਂ ਬੋਲ ਪਏ ਤੇ ਆਖਣ ਲੱਗੇ, ਹੈਰਾਨ ਨਾ ਹੋਵੋ, ਮੈਂ ਬੇਦਬੀ ਦੇ ਵਾਕ ਨਹੀਂ ਗਏ, ਪਰ ਸ੍ਰਿਸ਼ਟੀ ਦੇ ਲਾਭ ਦੇ ਅਤ ਜ਼ਰੂਰੀ ਵਾਕ ਕਹੇ ਹਨ, ਜੋ ਸਤਿਗੁਰੂ ਜੀ ਦੇ ਅਦਬ ਵਾਲੇ ਹਨ। ਦੇਖੋ, ਇੱਕ ਡਾਕਟਰ ਹੈ ਜੋ ਬੇਓੜ ਕੇ ਬਿਮਾਰਾਂ ਦਾ ਰੋਜ਼ ਦਾਰੂ ਕਰਦਾ ਹੈ। ਹੁਣ ਜੇ ਹਰ ਬਿਮਾਰ ਡਾਕਟਰ ਦੇ ਕਹੇ ਮੁਜਬ ਦਵਾ ਠੀਕ ਵੇਲੇ ਸਿਰ ਖਾਂਦਾ ਹੈ, ਗਜ਼ਾ ਉਸ ਦੀ ਦੱਸੀ ਵਰਤਦਾ ਹੈ ਤੇ ਹਰ ਤਰ੍ਹਾਂ ਨਾਲ ਪੱਥ ਪਰਹੇਜ਼ ਰੱਖਦਾ ਹੈ, ਉਹ ਛੇਤੀ ਵੱਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿੰਨਾ ਕੋਈ ਰੋਗੀ ਡਾਕਟਰ ਦਾ ਥੋੜ੍ਹਾ ਵਕਤ ਲੈਂਦਾ ਹੈ, ਓਨਾ ਡਾਕਦਾਰ ਬਹੁਤੇ ਬਿਮਾਰਾਂ ਨੂੰ ਵਕਤ ਦੇ ਸਕਦਾ ਹੈ। ਇਉਂ ਡਾਕਦਾਰ ਆਪਣੇ ਫਰਜ਼ ਨੂੰ ਵਧੀਕ ਪੂਰਾ ਕਰਦਾ ਹੈ। ਦੂਜੇ ਪਾਸੇ ਸੋਚੋ ਕਿ ਇੱਕ ਉਹ ਬਿਮਾਰ ਹੈ ਜੋ ਪਰਹੇਜ਼ ਨਹੀਂ ਰੱਖਦਾ, ਦਵਾ ਠੀਕ ਤਰ੍ਹਾਂ ਨਹੀਂ ਖਾਂਦਾ, ਉਹ ਛੇਤੀ ਵੱਲ ਨਹੀਂ ਹੁੰਦਾ। ਉਸ ਪਰ ਡਾਕਦਾਰ ਨੂੰ ਵਕਤ ਵਧੇਰੇ ਖਰਚ ਕਰਨਾ ਪੈਂਦਾ ਹੈ ਤੇ ਇਸ ਤਰ੍ਹਾਂ ਉਹ ਡਾਕਦਾਰ ਦਾ ਵਕਤ ਅਜਾਈਂ ਗਵਾਉਂਦਾ ਹੈ ਤੇ ਇਸ ਵਕਤ ਦੇ ਅਜਾਈਂ ਜਾਣ ਕਰਕੇ ਡਾਕਦਾਰ ਥੋੜ੍ਹੇ ਬਿਮਾਰਾਂ ਨੂੰ ਦੇਖ ਸਕਦਾ ਹੈ। ਹੁਣ ਦੱਸੋ, ਪਰਹੇਜ਼ ਰੱਖਣ ਵਾਲਾ ਬਿਮਾਰ ਡਾਕਦਾਰ ਪਰ ਮਿਹਰਬਾਨੀ ਕਰਦਾ ਹੈ ਕਿ ਨਹੀਂ? ਜੋ ਡਾਕਦਾਰ ਦਾ ਵਕਤ ਬਚਾਉਂਦਾ ਹੈ, ਜਿਸ ਨੂੰ ਡਾਕਦਾਰ ਹੋਰਨਾਂ ਬਿਮਾਰਾਂ ਪਰ ਸਫਲ ਕਰਦਾ ਹੈ। ਹੁਣ ਲਓ, ਇਸੇ ਦ੍ਰਿਸ਼ਟਾਂਤ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਪਰ ਕਟਾਓ। ਉਹ ਸੱਚੇ ਡਾਕਦਾਰ ਹਨ ਤੇ ਉਹਨਾਂ ਦਾ ਬਿਰਦ ਇਹ ਹੈ, ਸਗਲ ਸਮੂਲ ਹੈ ਉਦਰੇ ਨਾਨਕ। ਸੋਚੋ, ਜਿਸ ਸੱਚੇ ਵੈਦ ਦਾ ਬਿਰਦ ਇਹ ਹੈ ਕਿ ਸਾਰਿਆਂ ਨੂੰ ਉਸਨੇ ਉਧਾਰਨਾ ਹੈ, ਉਸ ਦੇ ਅੱਗੇ ਕਿੰਨਾ ਭਾਰੀ ਕੰਮ ਪਿਆ ਹੈ। ਅਸੀਂ ਉਸ ਸੱਚੇ ਵੈਦ ਦੇ ਇੱਕ ਬਿਮਾਰ ਹਾਂ, ਸਾਨੂੰ ਉਸਨੇ ਸੰਸਾਰ ਰੋਗੀ ਜਾਣ ਕੇ ਨਾਮ ਦਾਰੂ ਦਿੱਤਾ ਹੈ। ਹੁਣ ਜੇ ਤਾਂ ਅਸੀਂ ਇਹ ਦਾਰੂ ਪੱਥ ਪਰਹੇਜ਼ ਰੱਖ ਕੇ ਖਾਂਦੇ ਹਾਂ ਤਾਂ ਨਿਸ਼ਚੇ ਹੈ ਕਿ ਛੇਤੀ ਰਾਜ਼ੀ ਹੋਵਾਂਗੇ। ਜੇ ਅਸੀਂ ਪੱਥ ਪਰਹੇਜ਼ ਨਹੀਂ ਰੱਖਦੇ ਤਾਂ ਰੋਗ ਚਿਰਕਾ ਹਟੇਗਾ। ਤੇ ਗੁਰੂ ਨਾਨਕ ਦੇਵ ਜੀ ਨੇ ਜੋ ਰਾਜ਼ੀ ਕਰਨ ਦਾ ਪ੍ਰਣ ਕਰ ਚੁੱਕੇ ਹਨ,
ਸਾਨੂੰ ਆਪਣੇ ਹਸਪਤਾਲੋਂ ਕੱਢਣਾ ਤਾਂ ਹੈ ਹੀ ਨਹੀਂ, ਹੋਰ ਉਪਰਾਲੇ ਸਾਡੇ ਨਾਲ ਕਰਨਗੇ। ਇਉਂ ਸਾਡੇ 'ਤੇ ਵਧੇਕ ਵਕਤ ਖਰਚ ਕਰਨਗੇ। ਸੋ ਅਸੀਂ ਆਪਣੇ ਲਈ ਵਾਧੂ ਵਕਤ ਲੈਣ ਵਿੱਚ ਗੁਰੂ ਜੀ ਦੇ ਸ੍ਰਿਸ਼ਟੀ ਉਧਾਰ ਦੇ ਕੰਮ ਵਿੱਚ ਢਿੱਲ ਪਾਵਾਂਗੇ। ਉਹ ਪ੍ਰਣ ਕਰ ਚੁੱਕੇ ਹਨ, ਸਗਲ ਸਮੂਹ ਦਾ ਉਧਾਰ ਕਰਨਾ ਹੈ। ਇਸ ਲਈ ਬਹੁਤ ਚਿਰ ਤੱਕ ਇਲਾਜਾਂ ਵਿੱਚ ਰੁੱਝੇ ਰਹਿਣਗੇ। ਪਰ ਜੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਘੱਟ ਤੋਂ ਘੱਟ ਵਕਤ ਲਈਏ ਤਾਂ ਉਸ ਵਕਤ ਨੂੰ ਹੋਰਨਾਂ ਪਰ ਲਾ ਕੇ ਆਪਣੇ ਕੰਮਾਂ ਨੂੰ ਸਹਿਲਾ ਤੇ ਛੇਤੀ ਕਰਨਗੇ। ਹੁਣ ਦੱਸੋ, ਉਹਨਾਂ ਦੇ ਵਕਤ ਬਚਾਉਣ ਵਿੱਚ ਅਸੀਂ ਉਹਨਾਂ 'ਤੇ ਕਿਰਪਾ ਨਹੀਂ ਕਰਦੇ? ਇਹ ਕਹਿ ਕੇ ਉਹ ਇਸ ਤਰ੍ਹਾਂ ਮੁਸਕਰਾਏ ਜਿਸ ਤਰ੍ਹਾਂ ਲਾਡਲੇ ਭਗਤ ਲਾਡਮਈ ਪਿਆਰ ਵਿੱਚ ਮੁਸਕਰਾਇਆ ਕਰਦੇ ਹਨ। ਪਾਠਕਾਂ ਨੂੰ ਭੁਲੇਖਾ ਨਾ ਲੱਗੇ, ਸਿੱਖੀ ਸਿੱਧਕ ਦੇ ਪੂਰੇ ਸੰਤ ਸਵਾਇਆ ਸਿੰਘ ਜੀ ਦਾ ਭਾਵ ਇਹ ਸੀ ਕਿ ਗੁਰੂ ਨਾਨਕ ਸੱਚਾ ਵੈਦ ਹੈ ਔਰ ਇਤਨਾ ਵੱਡਾ ਹੈ ਕਿ ਸਾਰੇ ਜਹਾਨ ਦੀ ਮੁਕਤੀ ਉਹਨਾਂ ਨੇ ਹੀ ਕਰਨੀ ਹੈ। ਹਾਂ, ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਇਹੀ ਗੁਰਬਾਣੀ ਆਖਦੀ ਹੈ ਤੇ ਇਹੀ ਹਰ ਸਿੱਖ ਦਾ ਵਿਸ਼ਵਾਸ ਹੈ। ਦੁਨੀਆ ਵਿੱਚ ਅੱਡ-ਅੱਡ ਸਮਿਆਂ ਤੇ ਅੱਡ-ਅੱਡ ਦੇਸ਼ਾਂ ਵਿੱਚ ਕਈ ਮਹਾਂਪੁਰਖ ਆਏ ਤੇ ਆਪੋ ਆਪਣੇ ਚਾਨਣੇ ਤੇ ਲੋੜਾਂ ਅਨੁਸਾਰ ਰਸਤੇ ਦਿਖਾ ਗਏ। ਸਭ ਤੋਂ ਅਖੀਰ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਆਏ। ਅਕਸਰ ਪੁੱਛਿਆ ਜਾਂਦਾ ਹੈ ਕਿ ਗੁਰੂ ਨਾਨਕ ਪਿਛਲਿਆਂ ਤੋਂ ਵੱਡੇ ਹਨ ਕਿ ਛੋਟੇ। ਜਦ ਗੁਰਬਾਣੀ ਤੋਂ ਪੁੱਛੀਏ ਤਾਂ ਉੱਤਰ ਮਿਲਦਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਅਰਸ਼ਾਂ ਵਿੱਚ ਤਾਂ ਵਾਹਿਗੁਰੂ ਜੋਤੀ ਸਰੂਪ ਦੀ ਸਿੱਖਿਆ ਦਾਤਾ ਜੋਤੀ ਗੁਰੂ ਜੋਤੀ ਹੈ। ਸੰਸਾਰ ਵਿੱਚ ਜਿਤਨੇ ਸਿੱਖਿਆ ਦਾਤੇ ਆਏ ਸਭ ਉਸ ਜੋਤੀ ਦੇ ਹੁਕਮ ਵਿੱਚ ਆਏ, ਜਿਸ ਦਾ ਨਾਮ ਗੁਰੂ ਹੈ, ਜੋ ਅਰਸ਼ਾਂ ਤੋਂ ਮਹਾਂਪੁਰਖਾਂ ਵਿੱਚ ਤਾਰਨ ਦੀ ਸੱਤਿਆ ਭਰ ਕੇ ਘੱਲਦੀ ਤੇ ਰਹਿਬਰੀ ਕਰਦੀ ਹੈ। ਉਹ ਗੁਰੂ ਜੋਤ ਜਦੋਂ ਜਗਤ ਵਿੱਚ ਆਪ ਪ੍ਰਗਟੀ ਤਾਂ ਗੁਰੂ ਪਦ ਦੇ ਨਾਲ ਮਾਪਿਆਂ ਦੇ ਦਿੱਤੇ ਨਾਮ ਨਾਨਕ ਨਾਲ ਸਾਡੇ ਵਿੱਚ ਪ੍ਰਸਿੱਧ ਹੋਈ। ਪਰੰਤੂ ਸੰਸਾਰ ਵਿੱਚ ਉਹਨਾਂ ਦੀਆਂ ਕਹਿਣੀਆਂ, ਕਰਤਬਾਂ ਤੇ ਅਸਲੀ ਦਸ਼ਾ ਤੋਂ ਉਹਨਾਂ ਦੀ ਵਡਿਆਈ ਕਿਵੇਂ ਪ੍ਰਤੀਤ ਹੁੰਦੀ ਹੈ, ਇਸ ਸਤਿਕਾਰ ਭਰੀ ਵਿਚਾਰ ਦੀ ਲੋੜ ਹੈ। ਇਸ ਲਈ ਅਸੀਂ ਹਰੇਕ ਮਹਾਂਪੁਰਖ ਦੇ ਗੁਣਾਂ ਦਾ ਵਿਚਾਰ ਕਰਦੇ ਹਾਂ। ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀਜੇ ਗੁਣੇ ਕੇਰੀ ਛੋੜ ਅਵਗਣ ਚੱਲੀਏ। ਇਸ ਅਸੂਲ ਮੁਜਬ ਅਸੀਂ ਅੱਜ ਮਨੁੱਖੀ ਨੁਕਤੇ ਤੋਂ ਵੇਖਣਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਕੀਕੂ ਸਿੱਧ ਹੁੰਦਾ ਹੈ। ਸੰਸਾਰ ਵਿੱਚ ਸਭ ਤੋਂ ਵਧੇਕ ਪ੍ਰਾਣੀਆਂ ਦੇ ਸਿਰਤਾਜ ਇਸ ਵੇਲੇ ਵੀ ਬੁੱਧ ਜੀ ਹਨ। ਆਪ ਲਗਭਗ 2500 ਬਰਸ ਬੀਤੇ ਤਾਂ ਹਿੰਦੁਸਤਾਨ ਵਿੱਚ ਪ੍ਰਗਟੇ ਸੀ। ਇਖਲਾਕ ਅਰਥਾਤ ਸਦਾਚਾਰੀ ਜੀਵਨ ਆਪ ਦਾ ਇੰਨਾ ਉੱਚਾ ਹੈ ਕਿ ਦਾਨਿਆਂ ਦਾ ਖਿਆਲ ਹੈ ਕਿ ਈਸਾਈਅਤ ਅਤੇ ਹੋਰ ਵੱਡੇ ਧਰਮਾਂ ਨੂੰ ਬੁੱਧ ਜੀ ਦੇ ਧਰਮ ਤੋਂ ਰੋਸ਼ਨੀ ਮਿਲੀ ਹੈ। ਬੁੱਧ ਜੀ ਦੇ ਉਪਾਸਕ ਚਾਹੇ ਹਿੰਦੁਸਤਾਨ ਵਿੱਚ ਹੁਣ ਇਤਨੇ ਘੱਟ ਹਨ ਕਿ ਮਾਨੋ ਨਹੀਂ ਹਨ, ਪਰ ਹਿੰਦੁਸਤਾਨ ਨੂੰ ਫਖਰ ਹੈ ਕਿ ਉਹਨਾਂ ਨੇ ਐਸੇ ਉੱਚੇ ਸੁਧਾਰਕ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਸਦਾਚਾਰ ਦਾ ਸਬਕ ਸਿਖਾਇਆ। ਕਰਮਾਂ ਦਾ ਮਸਲਾ ਜਿਤਨਾ ਇਹਨਾਂ ਨੇ ਸਾਫ਼ ਦੱਸਿਆ ਹੈ ਉਹ ਬਹੁਤ ਉੱਚਾ ਹੈ, ਪਰ ਇੱਥੇ ਹੀ ਬਸ ਹੈ। ਇਹਨਾਂ ਦੇ ਮਤ ਵਿੱਚ ਲਿਖਿਆ ਹੈ, ਜੋ ਦਰੁਸਤ ਰਸਤੇ ਤੇ ਟੁਰਦਾ ਹੈ ਉਸ ਦੇ ਲੱਛਣ ਇਹ ਹਨ, ਦਿਆਨਤਦਾਰੀ ਵਿੱਚ ਉਹ ਪ੍ਰਸੰਨ ਹੈ, ਜਿਹੜੀਆਂ ਗੱਲਾਂ ਤਿਆਗਣੀਆਂ ਹਨ ਉਹਨਾਂ ਦੀ ਰਤਾਕ ਜਿੰਨੀ ਕਰਨੀ ਵਿੱਚ ਵੀ ਉਹ ਖਤਰਾ ਵੇਖਦਾ ਹੈ। ਉਹ ਇਖਲਾਕ ਦੇ ਹੁਕਮਾਂ ਵਿੱਚ ਆਪਣੇ ਆਪ ਨੂੰ ਸੁਸਿੱਖਿਅਤ ਕਰਦਾ ਹੈ। ਉਹ ਆਪਣੇ ਬਚਨਾਂ ਤੇ ਕਰਨੀ ਵਿੱਚ ਪਵਿੱਤਰਤਾ ਨਾਲ ਆਪਣੇ ਆਪ ਨੂੰ ਵੇੜਦਾ ਹੈ। ਉਹ ਆਪਣੀ ਉਪਜੀਵਕਾ ਮੂਲੋਂ ਪਵਿੱਤਰ ਤਰੀਕੇ ਨਾਲ ਟੋਰਦਾ ਹੈ। ਨੇਕੀ ਉਸ ਦਾ ਆਚਰਣ ਹੈ। ਉਸ ਦੇ ਇੰਦਰੀਆਂ ਤੇ ਬੂਹਿਆਂ ਤੇ ਪਹਿਰਾ ਰਹਿੰਦਾ ਹੈ। ਆਪਣੇ ਆਪ ਵਿੱਚ ਸੋਚਵਾਨ ਤੇ ਵਸੀਕਾਰ ਵਾਲਾ ਹੈ। ਉਹ ਮੂਲੋਂ ਪ੍ਰਸੰਨ ਹੈ। ਇਸ ਦਾ ਭਾਵ ਇਹ ਹੈ ਕਿ ਇਖਲਾਕ ਦੇ ਸਾਰੇ ਹੁਕਮ, ਬਚਨਾਂ ਤੇ ਕਰਮਾਂ ਵਿੱਚ ਪਵਿੱਤਰਤਾ, ਪੰਜਾਂ ਇੰਦਰੀਆਂ ਦੇ ਬੂਹੇ ਪਰ ਰਾਖੀ ਤੇ ਮਨ ਉੱਤੇ ਕਾਦਰ ਹੋਣਾ, ਇਹੀ ਪੂਰਨ ਬੁੱਧ ਧਰਮ ਹੈ। ਇਹ ਸੋਹਣਾ ਸਦਾਚਾਰ ਹੈ, ਇਖਲਾਕ ਹੈ। ਮਨ ਨੂੰ ਹੋੜਾਂ ਤੇ ਰੋਕਾਂ ਹਨ ਉਹਨਾਂ ਗੱਲਾਂ ਤੋਂ ਜੋ ਇਸ ਨੂੰ ਮੈਲਾ ਤੇ ਮੰਦਾ ਕਰਦੀਆਂ ਹਨ। ਇਸ ਨਾਲ ਗੁਰੂ ਨਾਨਕ ਦੇਵ ਜੀ ਨੂੰ ਅਜੋੜ ਨਹੀਂ ਹੈ। ਸ਼ੁਭ ਕਰਮਾਂ ਤੇ ਸਦਾਚਾਰ ਦੀ ਸਿੱਖਿਆ ਗੁਰੂ ਨਾਨਕ ਦੇਵ ਜੀ ਦੀ ਬੁੱਧ ਜੀ ਤੋਂ ਘਟਦੀ ਨਹੀਂ, ਵਧੇਰੇ ਹੀ ਲਿਸ਼ਕਾਰੇ ਮਾਰਦੀ ਹੈ। ਸਤਿਗੁਰੂ ਫਰਮਾਉਂਦੇ ਹਨ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ। ਆਸਾਂ ਦੀ ਵਾਰ ਪੱਟੀ ਦੱਖਣੀ ਓਅੰਕਾਰ ਗੱਲ ਕੀ ਸਾਰੀ ਬਾਣੀ ਵਿੱਚ ਇਖਲਾਕ ਦੇ ਉੱਚੇ ਤੋਂ ਉੱਚੇ ਆਦਰਸ਼ ਆਉਂਦੇ ਹਨ ਤੇ ਅੰਤ ਕਹਿ ਦਿੱਤਾ ਕਿ ਹੋਮੇ ਕਰਦਿਆਂ ਨੈ ਸੁਖ ਹੋਏ। ਸਾਰਾ ਇਖਲਾਕ ਸਿਖਾ ਕੇ ਦੱਸ ਦਿੱਤਾ ਕਿ ਜੇ ਇਸ ਵਿੱਚ ਹੋਂ ਹੈ ਤਾਂ ਸੁਖ ਇਸ ਦਾ ਫਲ ਨਹੀਂ ਹੋਣਾ। ਹੁਣ ਸ਼ੁਭ ਕਰਮ ਸਾਰੇ ਹੋਂ ਆਸਰੇ ਹੁੰਦੇ ਹਨ, ਹਾਓ ਸੁਖਦਾਈ ਨਹੀਂ, ਤਾਂਤੇ ਨਿਰੇ ਸ਼ੁਭ ਕਰਮ ਸੁਖਦਾਈ ਨਹੀਂ। ਇਸ ਕਰਕੇ ਇਖਲਾਕ ਤੋਂ ਉੱਪਰ ਤੇ ਇਖਲਾਕ ਦੀ ਰੂਹ ਪਰਮੇਸ਼ਵਰ ਨਾਲ ਸੰਬੰਧ ਦੱਸਿਆ ਤੇ ਨਾਮ ਉਸ ਦਾ ਸਾਧਨ ਦੱਸਿਆ। ਇਉਂ ਇਖਲਾਕ ਦੀ ਚੋਟੀ ਤੋਂ ਅੱਗੇ ਰੂਹਾਨੀ ਮੰਡਲ ਵਿੱਚ ਪ੍ਰਵੇਸ਼ ਦਾ ਰਸਤਾ ਦਿਖਾਇਆ।
ਕਰਮ ਦੀ ਪਵਿੱਤਰਤਾ ਦੇ ਨਾਲ ਗੁਰੂ ਦੱਸਦਾ ਹੈ ਕਿ ਨਿਰਾ ਇਹ ਕੁਝ ਕਾਫੀ ਨਹੀਂ ਹੈ। ਸਾਡੇ ਵਿੱਚ ਰੂਹ ਹੈ ਤੇ ਰੂਹ ਦੀ ਉੱਨਤੀ ਦੀ ਲੋੜ ਹੈ। ਸਾਡੇ ਵਿੱਚ ਨਿਰੀ ਬੁੱਧੀ ਹੀ ਨਹੀਂ ਪਰ ਇਸ ਤੋਂ ਅੱਗੇ ਕੁਝ ਹੋਰ ਵੀ ਹੈ। ਸਾਡੇ ਵਿੱਚ ਨਿਰੀ ਸੋਚ ਨਹੀਂ ਪਰ ਉੱਚੇ ਵਲਵਲੇ ਵੀ ਹਨ। ਦਿਮਾਗ ਹੈ ਤਾਂ ਦਿਲ ਵੀ ਹੈ। ਹਾਂ, ਸਾਨੂੰ ਵਿਸਮਾਦ ਵੀ ਪੈਦਾ ਹੁੰਦਾ ਹੈ। ਪੰਜਾਂ ਇੰਦਰੀਆਂ ਦੇ ਰਸ ਹੀ ਸਾਡੇ ਵਿੱਚ ਨਹੀਂ ਹਨ ਜਿਨ੍ਹਾਂ ਨੇ ਸਾਨੂੰ ਕੈਦ ਕਰ ਰੱਖਿਆ ਹੈ। ਇੱਕ ਹੋਰ ਰਸ ਵੀ ਹੈ ਜੋ ਇਹਨਾਂ ਪੰਜਾਂ ਤੋਂ ਛੁਡਾ ਲਿਜਾਂਦਾ ਹੈ। ਇਹ ਰਸ ਉਸ ਵੇਲੇ ਪੈਂਦਾ ਹੈ ਜਿਸ ਵੇਲੇ ਆਤਮਾ ਕਿਸੇ ਤਰ੍ਹਾਂ ਆਪੇ ਵਿੱਚ ਜੁੜਦਾ ਹੈ ਔਰ ਕਿਸੇ ਉਚੇਰੇ ਜੀਵਨ ਵਿੱਚ ਗੋਤਾ ਮਾਰਦਾ ਹੈ। ਇਸ ਰੂਹਾਨੀ ਜੀਵਨ ਦਾ ਉੱਚੇ ਤੋਂ ਉੱਚਾ ਆਦਰਸ਼ ਤੇ ਸੌਖੇ ਤੋਂ ਸੌਖਾ ਤਰੀਕਾ ਸਤਿਗੁਰੂ ਨੇ ਸਿਖਾਇਆ ਕਿ ਪਵਿੱਤਰ ਹੁੰਦੇ ਹੋਏ ਸਰੀਰ, ਮਨ ਤੇ ਆਤਮਾ ਨਾਲ ਆਪਣੇ ਅੰਦਰਲੇ ਜਿਉਂਦੇ ਜਾਗਦੇ ਨੂੰ ਬੇਅੰਤ ਨਾਲ ਕਿਸ ਪ੍ਰਕਾਰ ਤੇ ਕਿਸ ਵਜ੍ਹਾ ਨਾਲ ਨਿਰੰਤਰ ਲਗਾਓ ਵਿੱਚ ਰੱਖਣਾ ਹੈ ਕਿ ਜਿਸ ਨਾਲ ਇਹ ਉਸ ਤੋਂ ਜੀਵਨ ਬਖਸ਼ ਰਸਦਾਤਾ ਆਨੰਦਦਾਇਕ ਲਹਿਰਾ ਪਾ ਕੇ ਮੋਲਦਾ, ਖਿੜਦਾ ਤੇ ਖੀਵਾ ਹੁੰਦਾ ਰਹੇ। ਬੁੱਧ ਜੀ ਨੇ ਵਾਹਿਗੁਰੂ ਜੀ ਵੱਲੋਂ ਚੁੱਪ ਧਾਰਨ ਕੀਤੀ। ਸਤਿਗੁਰੂ ਨਾਨਕ ਨੇ ਨਾ ਕੇਵਲ ਚੁੱਪ ਖੋਲੀ ਪਰ ਉਸ ਪ੍ਰੀਤਮ ਦੀਆਂ ਕੋਇਲ ਵਾਂਗੂ ਇਲਾਹੀ ਰਾਗ ਵਿੱਚ ਕੂਕਾਂ ਦਿੱਤੀਆਂ। ਗਿਣਤੀ ਲਈ ਨਹੀਂ, ਲੇਖਾ ਦੱਸਣ ਲਈ ਨਹੀਂ, ਨਿਰੇ ਹਿਸਾਬੀ ਦਾਰਸ਼ਨਿਕਾਂ ਤੇ ਨਿਰੇ ਲੇਖੇ ਕਰਨ ਵਾਲੇ ਫਿਲਾਸਫਰਾਂ ਵਾਂਗੂ ਸੰਖਿਆ ਦੱਸਣ ਲਈ ਨਹੀਂ, ਨਾ ਹੀ ਹਿਸਾਬਾਂ ਵਿੱਚ ਰਹਿ ਕੇ ਢੋਹਾਂ ਲਾਉਣ ਵਾਲੇ ਆਸਤਕ ਵਾਂਗੂ। ਹਾਂ, ਉਹ ਬੋਲੇ ਅਹਿਲ ਨਿਸ਼ਚੇ ਵਿੱਚ, ਪ੍ਰਤੱਖ ਦਰਸ਼ਨਾਂ ਤੋਂ ਪੈਦਾ ਹੋਏ ਸਿੱਧਕ ਤੇ ਯਕੀਨ ਵਿੱਚ ਤੇ ਨਾਲ ਹੀ ਭਰੇ ਹੋਏ ਪਿਆਰ ਤੇ ਉਮੜ ਰਹੇ ਪ੍ਰੇਮ ਵਿੱਚ। ਹਾਂ, ਉਹ ਅਪ੍ਰਤੱਖ ਤੇ ਪ੍ਰਤੱਖ ਦਰਸ਼ਨ ਵਿੱਚ ਗਾਵੇ ਤੇ ਦੈਵੀ ਸੰਗੀਤ ਗਾਵੇ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਇਉਂ ਇਨਸਾਨ ਦੇ ਬੁੱਧੀ ਵਾਲੇ ਜਾਂ ਅਕਲੀ ਹਿੱਸੇ ਨੂੰ ਉੱਚ ਇਖਲਾਕ ਦਿੰਦੇ ਹੋਏ ਉੱਚੇ ਵਲਵਲਿਆਂ ਵਾਲੇ ਹਿੱਸੇ ਨੂੰ ਆਪ ਨੇ ਮੁਕੰਮਲ ਰੂਹਾਨੀ ਗਿਜ਼ਾ ਦੇ ਕੇ ਮਨੁੱਖ ਦੀ ਪੂਰਨ ਲੋੜ ਪੂਰੀ ਕੀਤੀ। ਠੀਕ ਆਚਰਨ ਦੀ ਪਵਿੱਤਰਤਾ ਦਿੱਤੀ ਪਰ ਨਾਲ ਅੰਦਰਲੇ ਨੂੰ ਭਗਤੀ ਤੇ ਪਿਆਰ ਵੀ ਦਿੱਤਾ। ਇਉਂ ਇਨਸਾਨ ਮਾਇਆ ਤੇ ਤ੍ਰਿਸ਼ਨਾ ਦੇ ਹੱਥੋਂ ਛੁੱਟ ਕੇ ਅਸਲੀ ਨਿਰਵਾਣ ਵਿੱਚ ਪੁੱਜਾ, ਜਿਸ ਦਾ ਰੂਪ ਗੁਰੂ ਜੀ ਨੇ ਦੱਸਿਆ ਹੈ ਕਿ ਜੀਵ ਤੱਤ ਵਾਹਿਗੁਰੂ ਤੱਤ ਵਿੱਚ ਜਾ ਮਿਲਿਆ। ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ। ਪਵਿੱਤਰ ਮਨ ਵਾਲੇ ਬੁੱਧ ਜੀ ਨਿਜ ਨੂੰ ਤਥਗਥਾ ਅਰਥਾਤ ਪੂਰਨ ਮੁਕੰਮਲ ਆਖਦੇ ਸੀ, ਪਰ ਗੁਰੂ ਨਾਨਕ ਦੇਵ ਜੀ ਰੂਹਾਨੀਅਤ ਉਹਨਾਂ ਤੋਂ ਅਖਵਾਉਂਦੀ ਸੀ ਕਿ ਨਿਰੇ ਇਖਲਾਕ ਵਿੱਚ ਮੂਲੋਂ ਮੁਕੰਮਲ ਹੋਣਾ ਇਸ ਸਰੀਰ ਤੇ ਮਨ ਲਈ ਅਸੰਭਵ ਹੈ। ਰੂਹਾਨੀਅਤ ਦੇ ਰਸ ਬਿਨਾ, ਵਿਸਮਾਦ ਵਿੱਚ ਵਸੇ ਬਿਨਾ, ਲਗਾਤਾਰ ਬੇਅੰਤ ਦੇ ਅੰਗ ਲੱਗੇ ਰਹਿਣ ਬਿਨਾ ਪੂਰਨਤਾ ਕਿੱਥੇ। ਇਖਲਾਕ ਉੱਚਾ ਕਰਕੇ ਹੋਂ ਨੂੰ ਵਿੱਚੋਂ ਨਿਵਾਰੋ, ਪਰ ਪ੍ਰੇਮਾ ਭਗਤੀ ਨਾਲ ਅੰਦਰੋਂ ਸਦਾ ਸਾਈਂ ਨਾਲ ਜੁੜਿਆ ਜੀਵਨ ਬਸਰ ਕਰੋ। ਗੁਰੂ ਜੀ ਨੇ ਫਰਮਾਇਆ, ਠੀਕ ਫਰਮਾਇਆ, ਵਿਨ ਗੁਣ ਕੀਤੇ ਭਗਤ ਨਾ ਹੋਏ, ਪਰ ਨਾਲ ਦੱਸਿਆ ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਹਾਂ, ਸਾਈਂ ਨਾਲ ਜੁੜਿਆ ਹੀ ਪੂਰਨ ਹੋਮੇ ਨਿਵਿਰਤ ਹੁੰਦੀ ਹੈ। ਇਸ ਕਰਕੇ ਅਨੇਕਾਂ ਵਾਰ ਸਤਿਗੁਰੂ ਨੇ ਆਪ ਨੂੰ ਨੀਵਾਂ ਕਿਹਾ ਹੈ। ਇਹ ਨੀਵਾਂ ਕਹਿਣਾ ਆਪ ਨੂੰ ਕਿਸੇ ਹਿਸਾਬ ਵਿੱਚ ਨੀਵਾਂ ਕਹਿਣਾ ਨਹੀਂ, ਇਹ ਹੋਮੇ ਨਿਵਿਰਤੀ ਹੈ, ਜਿਸ ਦਾ ਪਤਾ ਹੇਠ ਲਿਖੇ ਆਪ ਦੇ ਵਾਕ ਤੋਂ ਲੱਗਦਾ ਹੈ। ਹੋਂਦਾ ਫੜੀਅਕ ਨਾਨਕ ਜਾਨ, ਨਾ ਹੋ ਨਾ ਮੈਂ ਜੂਨੀ ਪਾਣ। ਹੋਂ ਤੋਂ ਨਿਕਲੇ ਹੋਏ ਆਤਮ ਰੰਗ ਵਿੱਚ ਚਲੂਲ ਰੰਗ ਰੰਗੀਜੇ ਤੇ ਰੰਗ ਰਹੇ। ਗੁਰੂ ਨਾਨਕ ਨੇ ਆਪ ਨੂੰ ਨੀਚ ਨੀਵਾਂ ਕਹਿਣ ਦਾ ਕਾਰਨ ਹੋਂ ਦਾ ਅਭਾਵ ਦੱਸਿਆ। ਗੁਰੂ ਨਾਨਕ ਵਿੱਚ ਲੇਸ਼ ਮਾਤਰ ਵੀ ਹੋਂ ਨਹੀਂ, ਲੇਸ਼ ਅਵਿਦਿਆ ਵੀ ਨਹੀਂ। ਲੇਸ਼ ਅਵਿਦਿਆ ਬੜੇ ਬੜੇ ਬੀਤ ਰਾਗਾਂ ਵਿੱਚ ਰਹਿੰਦੀ ਹੈ। ਇਸ ਤੋਂ ਪੂਰਨ ਨਿਕਾਸ ਮਹਾਨ ਕਠਨ ਹੈ। ਇਹੋ ਨਿਜ ਨੂੰ ਪੂਰਨ ਆਦ ਪਦ ਕਹਿਲਵਾਉਂਦੀ ਹੈ, ਪਰ ਇਸ ਤੋਂ ਪੂਰੇ ਤੌਰ ਤੇ ਆਜ਼ਾਦ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਹੋਂਦਾ ਫੜੀਅਕ ਨਾਨਕ ਜਾਣ, ਨਾ ਹੋ ਨਾ ਮੈਂ ਜੂਨੀ ਪਾਣ। ਜੋ ਮੈਂ ਹਾਂ ਦੀ ਪ੍ਰਤੀਤੀ ਮਾਤਰ ਵਿੱਚ ਹੈ ਅਰਥਾਤ ਹੋਮੇ ਵਿੱਚ ਹੈ, ਉਹ ਹੀ ਫੜਿਆ ਜਾ ਸਕਦਾ ਹੈ, ਮੈਂ ਇਸ ਵਿੱਚ ਨਹੀਂ ਹਾਂ। ਜੋ ਅੰਤਰੀ ਵਿਚਾਰ ਕਰੋ ਤਾਂ ਬੁੱਧ ਦਾ ਅਰਥ ਹੈ ਜਿਸ ਨੇ ਸਿੱਖਿਆ ਪਾ ਕੇ ਪ੍ਰਕਾਸ਼ ਪ੍ਰਾਪਤ ਕੀਤਾ ਹੈ, ਪਰ ਗੁਰੂ ਦਾ ਅਰਥ ਹੈ ਪ੍ਰਕਾਸ਼ ਦਾ ਦਾਤਾ। ਇਤਿਹਾਸ ਵੀ ਇਹੋ ਹੈ ਕਿ ਬੁੱਧ ਜੀ ਸ਼ਾਕੀ ਮੁਨੀ ਸੀ। ਉਹਨਾਂ ਨੇ ਘਾਲਾਂ ਕਰਕੇ ਬੁੱਧ ਪ੍ਰਕਾਸ਼ ਪਾਇਆ, ਪਰ ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਗੁਰੂ ਪ੍ਰਕਾਸ਼ ਦਾਤਾ ਸੀ। ਭਾਈ ਗੁਰਦਾਸ ਜੀ ਲਿਖਦੇ ਹਨ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਜਪਜੀ ਸਾਹਿਬ ਵਿੱਚ ਬੁੱਧ ਜੀ ਦਾ ਟਿਕਾਣਾ ਗਿਆਨ ਖੰਡ ਵਿੱਚ ਦੱਸਿਆ ਹੈ, ਯਥਾ ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਗੁਰੂ ਨਾਨਕ ਦੇਵ ਜੀ ਤੇ ਈਸਾ ਜੀ। ਈਸਾ ਜੀ ਬੁੱਧ ਜੀ ਤੋਂ ਮਗਰੋਂ ਸੰਸਾਰ ਵਿੱਚ ਆਏ। ਬੁੱਧ ਜੀ ਤੋਂ ਗਿਣਤੀ ਵਿੱਚ ਉਪਾਸਕ ਇਹਨਾਂ ਦੇ ਦੂਸਰੇ ਦਰਜੇ ਤੇ ਹਨ। ਆਪ 3 ਵਰੇ ਜਗਤ ਵਿੱਚ ਬੋਲੇ।
ਇਖਲਾਕ ਸਿਖਾਇਆ। ਲਗਭਗ ਬੁੱਧ ਜੀ ਵਾਂਗੂ ਕਰਮਾਂ ਦਾ ਮਸਲਾ ਬੜੇ ਅੱਛੇ ਤਰੀਕੇ ਨਾਲ ਹਮਸਾਏ ਨੂੰ ਆਪਣੇ ਜਿਹਾ ਪਿਆਰ ਕਰੋ ਦੇ ਰੰਗ ਵਿੱਚ ਸਿਖਾਇਆ। ਬਦੀ ਦੇ ਬਦਲੇ ਨੇਕੀ ਕਰਨੀ ਦੱਸੀ। ਰੱਬ ਵੀ ਦੱਸਿਆ। ਜੀਕੂ ਅੱਗੇ ਸਮੈਟਿਕ ਪੈਗੰਬਰ ਇਬਰਾਹੀਮ ਮੂਸਾ ਆਦਿ ਸਿਖਾ ਗਏ ਸੀ। ਨਿਸ਼ਚੇ ਦਾ ਉਪਦੇਸ਼ ਵੀ ਦਿੱਤਾ। ਪਿਛਲੇ ਸਮੈਟਿਕ ਪੈਗੰਬਰਾਂ ਨਾਲੋਂ ਨਿਸ਼ਚੇ ਦੀ ਰੋਸ਼ਨੀ ਵਿੱਚ ਉਚੇਰੀ ਮੱਤ ਦਿੱਤੀ। ਗੁਰੂ ਨਾਨਕ ਦੇਵ ਜੀ ਲਗਭਗ 1500 ਵਰ੍ਹੇ ਮਗਰੋਂ ਆਏ। ਇਖਲਾਕੀ ਜੀਵਨ ਵਿੱਚ ਗੁਰੂ ਨਾਨਕ ਨੇ ਉੱਚੇ ਤੋਂ ਉੱਚੇ ਆਦਰਸ਼ ਵਾਲੇ ਬੁੱਧ ਤੋਂ ਵੀ ਤ੍ਰਿਖੇਰਾ ਚਾਨਣਾ ਪਾਇਆ ਹੈ। ਜੈਸਾ ਕਿ ਅਸੀਂ ਪਿੱਛੇ ਦੱਸ ਆਏ ਹਾਂ, ਈਸਾ ਜੀ ਦੇ ਮੱਤ ਵਿੱਚ ਰੱਬ ਹੈ, ਪਰ ਰੱਬ ਇੱਕ ਦੇ ਕੀਤੇ ਕਰਮਾਂ ਦਾ ਬਦਲਾ ਉਸ ਦੀਆਂ ਕਈ ਕੁੱਲਾਂ ਤੱਕ ਲੈਣ ਵਾਲਾ ਇੱਕ ਗੈਰਤੀ ਜਾਂ ਅਣਖੀਲਾ ਮਾਲਕ ਹੈ। ਪਰੰਤੂ ਗੁਰੂ ਨਾਨਕ ਦੇ ਮੱਤ ਵਿੱਚ ਉਸ ਪ੍ਰੀਤਮ ਆਨੰਦ ਤੇ ਬੇਅੰਤ ਵਾਸਤੇ ਇਸ ਦਾ ਬਦਲਾ ਲੈਣ ਵਾਲੀ ਗੈਰਤ ਦਾ ਅਭਾਵ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਜਿਹੜਾ ਹੱਥ ਕਰੇ ਉਹ ਹੱਥ ਭਰੇ। ਇਹ ਇਖਲਾਕੀ ਆਦਰਸ਼ ਕਿਤਨਾ ਉੱਚਾ ਹੈ। ਵੱਡੇ ਸਤਿਗੁਰੂ ਨੇ ਸੱਚਾ ਨਿਆਂ ਦੱਸਿਆ ਹੈ। ਫਿਰ ਦੇਖੋ ਪਵਿੱਤਰਤਾ ਦਾ ਆਦਰਸ਼ ਅਚੇਤ ਪਾਪਾਂ ਤੋਂ ਬਚਣ ਦਾ ਕਿਤਨਾ ਉੱਚਾ ਹੈ। ਕਰਮ ਮੁਕਤੀ ਲਈ ਅਸਮਰਥ ਹਨ, ਈਸਾ ਜੀ ਨੇ ਪ੍ਰਤੀਪਾਦਨ ਕੀਤਾ ਹੈ ਤੇ ਨਿਸ਼ਚਾ ਇਸ ਗੱਲ ਪਰ ਸਿਖਾਇਆ ਕਿ ਮੈਂ ਸਾਰਿਆਂ ਦੇ ਪਾਪਾਂ ਦੇ ਬਦਲੇ ਸੂਲੀ ਚੜ੍ਹਦਾ ਹਾਂ। ਮੇਰੇ ਤੇ ਨਿਸ਼ਚਾ ਕਰੋ, ਮੈਂ ਬਚਾਵਾਂਗਾ। ਇਹ ਨਿਸ਼ਚਾ ਪੌਲੂਸ ਰਸੂਲ ਨੇ ਈਸਾਈਅਤ ਦਾ ਉੱਚਾ ਅਸੂਲ ਦੱਸਿਆ ਹੈ। ਗੁਰੂ ਨਾਨਕ ਨੇ ਨਿਸ਼ਚੇ ਨੂੰ ਮੰਨਿਆ ਹੈ, ਪਰ ਪਰਮੇਸ਼ਰ ਜੀ ਦੀ ਹੋਂਦ ਤੇ ਉਸ ਦੇ ਪਿਆਰ ਵਿੱਚ ਨਿਸ਼ਚੇ ਨੂੰ ਨਿਸ਼ਚਾ ਮੰਨਿਆ ਹੈ। ਜਿਵੇਂ ਇੱਕ ਦੇ ਪਾਪ ਦਾ ਬਦਲਾ ਉਸ ਦੀ ਬੇਗੁਨਾਹ ਔਲਾਦ ਤੋਂ ਨਹੀਂ ਮੰਨਿਆ, ਤਿਵੇਂ ਕਿਸੇ ਦੇ ਪਾਪਾਂ ਦੀ ਥਾਂ ਕਿਸੇ ਦੀ ਸਜ਼ਾ ਪਾ ਕੇ ਕਿਸੇ ਦਾ ਤਰਨਾ ਨਹੀਂ ਮੰਨਿਆ। ਹਾਂ, ਗੁਰੂ ਜੀ ਨੇ ਨਿਸ਼ਚਾ ਸਿਖਾਇਆ, ਪਰ ਨਿਸ਼ਚਾ ਉਸ ਅਨੰਤ ਵਿੱਚ ਉਸ ਦੀ ਹੋਂਦ ਤੇ ਪਿਆਰ ਵਿੱਚ ਸਿਖਾਇਆ। ਇਸ ਨਿਸ਼ਚੇ ਤੋਂ ਤੱਤ ਗਿਆਨ ਪੂਰਨ ਪਦ ਵਾਲੀ ਅਗੇਰੀ ਪ੍ਰਾਪਤੀ ਦੱਸੀ। ਪੰਜਵੇਂ ਗੁਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਇਉਂ ਦਰਸਾਇਆ ਹੈ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਰੱਬ ਦਾ ਰਹਿਮ ਪੂਰਾ ਹੋ ਗਿਆ ਜਦੋਂ ਨਿਸ਼ਚਾ ਆ ਗਿਆ। ਲਗਾਤਾਰ ਸੂਰਤ ਉਸ ਦੇ ਲਗਾਓ ਵਿੱਚ ਲੱਗ ਗਈ। ਇਹ ਲੱਗੇ ਰਹਿਣਾ ਇੱਕ ਫਜ਼ਲ ਹੋ ਗਿਆ ਹੈ। ਇਹ ਪ੍ਰਤੱਖ ਫਜ਼ਲ ਹੈ, ਉਧਾਰ ਫਜ਼ਲ ਨਹੀਂ, ਆਉਣ ਵਾਲਾ ਨਹੀਂ, ਪ੍ਰਤੱਖ ਫਜ਼ਲ। ਈਸਾ ਜੀ ਨੇ ਅਰਦਾਸ ਸਿਖਾਈ, ਇਨਸਾਨ ਦੇ ਦਿਲੀ ਵਲਵਲਿਆਂ ਨੂੰ ਪ੍ਰੀਤੀ ਭੋਜਨ ਦਿੱਤਾ, ਪਰ ਅਰਦਾਸ 8ਵੇਂ ਦਿਨ ਐਤਵਾਰ ਨੂੰ ਆਈ। 7 ਦਿਨ ਸੰਸਾਰਕ ਧੰਦੇ ਲੈ ਗਏ, 8ਵੇਂ ਦਿਨ ਅਰਦਾਸ ਦੀ ਵਾਰੀ ਆਈ। ਗੁਰੂ ਨਾਨਕ ਦੇਵ ਨੇ 8ਵੇਂ ਦਿਨ ਨੂੰ ਪਵਿੱਤਰ ਤੇ ਅਡਰਾ ਕਰਨ ਦੀ ਥਾਂ 8 ਪਹਿਰਾਂ ਵਿੱਚੋਂ ਸਵੇਰੇ ਦਾ ਪਹਿਰ ਪਵਿੱਤਰ ਦੱਸਿਆ ਤੇ ਸਾਈਂ ਨਾਲ ਜੁੜਨ ਦਾ ਵੱਲ ਸਿਖਾਇਆ ਤੇ ਆਖਿਆ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਪੁਨਾ ਸਬਾਹੀ ਸਾਲਾਹ ਜਿੰਨੀ ਧਿਆਇਆ ਇੱਕ ਮਨ। ਪਰ ਇੱਥੇ ਹੀ ਨਹੀਂ ਬਾਸ ਕੀਤੀ, ਸਗੋਂ ਫਰਮਾਨ ਕੀਤਾ ਕਿ ਅੰਮ੍ਰਿਤ ਵੇਲਾ ਤਾਂ ਨਾਮ ਜਪਣ ਤੇ ਸਾਈਂ ਦੀ ਸਿਫਤ ਸਲਾਹ ਦਾ ਪੱਕਾ ਕਰੋ, ਜੋ ਦਿਹਾੜੀ ਦਾ ਸ਼ੁਰੂ ਹੈ, ਪਰ 8ਵੇਂ ਪਹਿਰ ਹੀ ਨਹੀਂ, ਸਗੋਂ 37 ਪੈਰੀ ਸਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਫਿਰ ਗੁਰੂ ਜੀ ਨੇ ਫਰਮਾਇਆ, ਸਭੇ ਵੇਲਾ ਵਕਤ ਸਭ ਜੇ 8 ਪੋ ਹੋਏ। ਹਾਂ ਜੀ, ਕੰਮ ਕਾਜ ਕਰੋ, ਗ੍ਰਸਤੀ ਰਵੋ, ਪਰ ਬਈ ਅੰਦਰਲੀ ਜੀਵਨ ਕਣੀ ਦੇ ਸਿਰੇ ਨੂੰ ਲਗਾਤਾਰ ਅਰਦਾਸ ਵਿੱਚ ਆਪਣੇ ਸੋਮੇ ਚਸ਼ਮੇ ਅਨੰਤ ਨਾਲ ਲਾਈ ਰੱਖੋ। ਅਨੰਤ ਨਾਲ ਉਹ ਮੇਲ ਕਰੋ ਜੋ ਕਿਸੇ ਕਾਲ ਨਾ ਹਟੇ। ਲਗਾਤਾਰ ਮੇਲ ਰੱਖੋ, ਲਗਾਤਾਰ ਅਰਦਾਸ ਕਰੋ। ਗੁਰੂ ਜੀ ਨੇ ਆਖਿਆ, ਅਨਦਿਨ ਜਪਤ ਰਹੋ ਤੇਰੀ ਸਰਨਾਏ। ਆਖਿਆ ਹੀ ਨਹੀਂ, ਗੁਰੂ ਨਾਨਕ ਨੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਹੋ ਕੇ ਦੱਸਿਆ, ਕਰ ਕਰਕੇ ਦੱਸਿਆ। ਗੁਰੂ ਨਾਨਕ ਦਾ 72 ਬਰਸ ਦਾ ਜੀਵਨ ਲਗਾਤਾਰ ਅਰਦਾਸ ਦਾ ਜੀਵਨ ਹੈ। ਫਿਰ ਗੁਰੂ ਨਾਨਕ ਨੇ ਲਹਿਣਾ ਗੁਰੂ ਬਣਾ ਕੇ ਦੱਸਿਆ, ਜਿਸ ਵਿੱਚ ਨਿਮਕ ਨਿਮਕ ਠਾਕੁਰ ਦੀ ਨਮਸਕਾਰ ਵਸ ਗਈ। ਭਾਈ ਬੁੱਢਾ, ਕੇਹੋ, ਸੈਦਾ, ਮਰਦਾਨਾ, ਰਾਏ ਬੁਲਾਰ, ਬੇਬੇ ਨਾਨਕੀ, ਮਾਨਸੁਖ, ਭਗੀਰਥ, ਸ਼ਿਵਨਾਬ, ਝੰਡਾ, ਬਾਡੀ, ਲਾਲੋ, ਪਿਆਰੇ, ਲਾਲ ਬਣਾ ਕੇ ਦਿਖਾਏ, ਜੋ ਲਗਾਤਾਰ ਅਨੰਤ ਨਾਲ ਸੁਰ ਲਾਈ ਲਿਵ ਲਾਈ ਰੱਖਦੇ, ਸੰਸਾਰ ਦੇ ਰਾਜ ਤੋਂ ਲੈ ਕੇ ਕਿਲੇ ਘੜਨ ਤੱਕ ਦੇ ਕੰਮਾਂ ਨੂੰ ਵੀ ਨਿਭਾਉਂਦੇ ਸਨ। ਇਹ ਜਗਤ ਦੇ ਕੰਮ ਵੀ ਕਰਦੇ ਸਨ, ਪਰ ਸਦਾ ਸਾਈਂ ਨਾਲ ਹਰ ਪਲ ਨੂੰ ਸਫਲਾ ਕਰਦੇ ਸਨ। ਈਸਾ ਜੀ ਨੇ ਜਗਤ ਨੂੰ ਪਿਆਰ ਕੀਤਾ, ਜਗਤ ਨੂੰ ਬਚਾਉਣ ਲਈ ਬੋਲੇ। ਆਪ ਨੇ ਪਾਪੀਆਂ ਲਈ ਇਉਂ ਆਖਿਆ, ਉਹ ਬੂਹਾ ਮੈਂ ਹਾਂ, ਮੇਰੇ ਥਾਈਂ ਜੇ ਕੋਈ ਵੜੇ ਤਾਂ ਉਹ ਮੁਕਤ ਪਾਊ। ਇਹ ਮੈਂ ਤੇ ਮੇਰੇ ਉਸ ਉੱਚੇ ਸ੍ਰਿਸ਼ਟੀ ਪਿਆਰ ਵੇਲੇ ਦੇ 2 ਪਰਛਾਵੇਂ ਨਾਲ ਨਾਲ ਟੁਰੀ ਗਏ। ਹਿੰਦ ਦੇ ਦਾਨੇ ਇਸ ਨੂੰ ਲੇਸ਼ ਅਵਿਦਿਆ ਕਹਿੰਦੇ ਹਨ, ਜੋ ਮਹਾਂਪੁਰਖਾਂ ਦੇ ਵੀ ਪਰਛਾਵੇਂ ਵਾਂਗੂ ਨਾਲ ਰਹਿੰਦਾ ਹੈ। ਪਰ ਦੇਖੋ, ਗੁਰੂ ਨਾਨਕ ਵੀ ਸ੍ਰਿਸ਼ਟੀ ਪ੍ਰੇਮ ਵਿੱਚ ਆਇਆ, ਉਸਨੇ ਵੀ ਸ੍ਰਿਸ਼ਟੀ ਦੇ ਭਲੇ ਦੀ ਸੋਚੀ, ਪਰ ਕੀ ਕੀਤਾ?
ਵਾਹਿਗੁਰੂ ਮੂਹਰੇ ਅਰਦਾਸ ਕੀਤੀ, ਆਖਿਆ, ਜੇਤੇ ਜੀ ਤੇ ਸਭ ਤੇਰੇ, ਵਿਨ ਸੇਵਾ ਫਲ ਕਿਸੇ ਨਾਹੀਂ। ਹੇ ਵਾਹਿਗੁਰੂ, ਸਾਰੇ ਜੀਵ ਤੇਰੇ ਹਨ, ਪਰ ਸੇਵਾ ਬਿਨਾਂ ਸਫਲ ਨਹੀਂ ਹੋ ਰਹੇ। ਇਹ ਦੇਖ ਕੇ ਅਰਦਾਸ ਕਰਦੇ ਹਨ, ਕਹੇ ਨਾਨਕ ਜਿਵਾਲੇ ਜੀਆ, ਜੇ ਭਾਵੇ ਤੇ ਰਾਖ ਤੁਹੀ। ਅਰਥਾਤ ਜੀਆਂ ਨੂੰ ਜਿਵਾ ਲੈ, ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਨੂੰ ਤੂੰ ਆਪੇ ਹੀ ਬਚਾ ਲੈ। ਇਸ ਅਰਦਾਸ ਵਿੱਚ ਗੁਰੂ ਜੀ ਨੇ ਆਪਣਤ ਵਿੱਚ ਨਹੀਂ ਆਂਦੀ, ਵਾਹਿਗੁਰੂ ਤੇ ਹੀ ਛੱਡੀ ਹੈ ਕਿ ਜਿਵੇਂ ਭਾਵੇਂ ਤਿਵੇਂ ਤੂੰ ਇਹਨਾਂ ਨੂੰ ਬਚਾ ਲੈ। ਇਸੇ ਖਿਆਲ ਨੂੰ ਫਿਰ ਤੀਜੇ ਰੂਪ ਵਿੱਚ ਇਉਂ ਫਰਮਾਇਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਹੇ ਵਾਹਿਗੁਰੂ, ਸ੍ਰਿਸ਼ਟੀ ਸੜ ਰਹੀ ਹੈ, ਮਿਹਰ ਕਰ, ਬਖਸ਼ ਲੈ, ਤਾਰ ਲੈ। ਪਰ ਮੈਂ ਨਹੀਂ ਕਹਿੰਦਾ ਮੇਰੇ ਵਸੀਲੇ, ਕਿਉਂਕਿ ਮੈਂ ਤਾਂ ਹਾਂ ਨਹੀਂ, ਨਾ ਹੋ ਨਾ ਮੈਂ ਜੂਨੀ ਪਾਣ। ਤੂੰ ਰੱਖ ਤੇ ਜਿਸ ਵਸੀਲੇ ਤੇਰੀ ਮਰਜ਼ੀ ਹੈ ਰੱਖ, ਪਰ ਹੇ ਦਾਤਾ ਰੱਖ ਲੈ। ਇਹ ਪੂਰਨ ਨਿਸ਼ਕਾਮ ਪ੍ਰੇਮ ਦਾ ਆਦਰਸ਼ ਹੈ। ਇਸ ਅਰਦਾਸ ਵੇਲੇ ਮੈਂ ਮੇਰੀ ਦੀ ਲੇਸ਼ ਮਾਤਰ ਅਵਿਦਿਆ ਪਰਛਾਵਾਂ ਬਣ ਕੇ ਨਾਲ ਨਹੀਂ ਗਈ। ਈਸਾ ਜੀ ਨੇ ਮੰਨਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਭਲੇ ਲਈ ਸੂਲੀ ਤੇ ਜਾਨ ਦਿੱਤੀ। ਠੀਕ ਵੀ ਹੈ ਕਿ ਸ਼ਰਾਂ ਵਾਲਿਆਂ ਦੇ ਹੱਥੋਂ ਨੈਚੇ ਤੇ ਪਿਆਰ ਦੇ ਉਪਦੇਸ਼ ਦੇਣ ਲਈ ਆਪ ਨੇ ਸੂਲੀ ਝੱਲੀ। ਦੁਨੀਆ ਦੇ ਮੁਰਦਾ ਦਾਨੇ, ਸ਼ਰ੍ਹੇ ਦੇ ਫੋਕੇ ਪਾਂਡੀ, ਪ੍ਰੇਮਹੀਨ ਧਰਮੀ, ਦਿਖਾਵੇ ਦੇ ਸ਼ੁਭ ਕਰਮੀ, ਸਦਾ ਪਿਆਰ ਵਾਲਿਆਂ ਪਰਮੇਸ਼ਰ ਦੇ ਭਗਤਾਂ ਨੂੰ ਸਤਾਉਂਦੇ ਆਏ ਹਨ। ਤਿਵੇਂ ਈਸਾ ਜੀ ਵੀ ਸੂਲੀ ਚਾੜੇ ਗਏ। ਸਤਿਗੁਰੂ ਨਾਨਕ ਨੇ ਦੁਨੀਆ ਵੱਲੋਂ ਅਨੇਕ ਸੂਲੀਆਂ ਸਹਾਰੀਆਂ। ਸੂਲੀ ਨਾਲ ਬੰਦਾ ਇੱਕ ਵੇਰ ਮਰ ਜਾਂਦਾ ਹੈ, ਪਰ ਪਰਮੇਸ਼ਰ ਦੇ ਪਿਆਰਿਆਂ ਭੁੱਖਿਆਂ ਨੂੰ 20 ਰੁਪਏ ਖਵਾ ਕੇ ਪਿਓ ਦੇ ਕਹਿਰ ਹੇਠ ਆਉਣਾ, ਉਲਾਂਬੇ ਤੇ ਤ੍ਰਿਖੀਆਂ ਚਪੇੜਾਂ ਸੈਣੀਆਂ, ਫਿਰ ਲੋਕਾਂ ਤੋਂ ਕੁਰਾਈਆ ਕਹਾਉਣਾ, ਭੂਤਨਾ ਤੇ ਬੇਤਾਲ ਤੇ ਦੀਵਾਨੇ ਵਰਗੇ ਛੁਰੀਆਂ ਤੋਂ ਤਿੱਖੇ ਵਾਕ ਸੁਣ ਕੇ ਫਿਰ ਕਹਿਣ ਵਾਲਿਆਂ ਦਾ ਭਲਾ ਕਰਨਾ, ਰੂਹਾਨੀਅਤ ਦੇ ਪ੍ਰਚਾਰ ਬਦਲੇ ਇਬਰਾਹਿਮ ਲੋਧੀ ਦੀ ਬੰਦ ਵਿੱਚ ਪੈਣਾ, ਬਾਬਰ ਦੀ ਵੰਗਾਰ ਵਿੱਚ ਆਉਣਾ, ਕੋਡੇ ਵਰਗੇ ਦੁਰਾਚਾਰੀ ਨੂੰ ਤਾਰਨ ਜਾਣਾ ਤੇ ਉਸਨੇ ਤੱਤੇ ਕੜਾਈ ਦੀ ਖੇਚਲ ਦੇਣੀ, ਸ੍ਰਿਸ਼ਟੀ ਦੇ ਫਕੀਰਾਂ ਨੂੰ ਕੈਦੋਂ ਛੁਡਾਉਣ ਲਈ ਇੱਕ ਘੋੜੇ ਦੀ ਮੁੱਲ ਬਰਦੇ ਵਾਂਗੂ ਵਿਕ ਜਾਣਾ। ਉਹ ਸਰੀਰਕ ਤੇ ਮਨ ਦੇ ਖੇਦ ਸਨ ਜੋ 71-72 ਵਰੇ ਦੀ ਉਮਰਾਂ ਨੂੰ ਸੂਲੀ ਦਾ ਜੀਵਨ ਬਣਾ ਗਏ। ਪਰ ਉਹਨਾਂ ਦੀ ਬੇਅੰਤ ਵਾਹਿਗੁਰੂ ਨਾਲ ਲਗਨ, ਹਰ ਘੜੀ ਦੀ ਏਕਤਾ ਉਹਨਾਂ ਨੂੰ ਇੰਨਾ ਉੱਚਾ ਰੱਖਦੀ ਸੀ ਕਿ ਕੋਈ ਵਿਪਤ ਉਹਨਾਂ ਨੂੰ ਘਬਰਾ ਤੇ ਬੇਯਕੀਨੀ ਵਿੱਚ ਇੱਕ ਛਿਨ ਲਈ ਵੀ ਨਹੀਂ ਸੀ ਲਿਆਉਂਦੀ। ਉਹ ਦੁਨੀਆ ਦੀ ਆਤਸ਼ ਵਿੱਚ ਟੁਰਦੇ ਸੀ, ਪਰ ਖੁਨਕ ਨਾਲ ਖੁਦਾਇਆ ਦੇ ਕਾਰਨ ਆਪ ਕਦੇ ਨਹੀਂ ਸੀ ਤਪਦੇ। ਦੁਨੀਆ ਨੇ ਉਹ ਸੂਲੀਆਂ ਦਿੱਤੀਆਂ ਕਿ ਉਹਨਾਂ ਨੂੰ ਇਹ ਕਹਿਣਾ ਪਿਆ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਝੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਜੇ ਕੋ ਸਤ ਕਰੇ ਸੋ ਛੀਜੇ, ਤਪ ਕਰ ਤਪ ਨਾ ਹੋਈ, ਜੇ ਕੋ ਨਾਉ ਲਏ ਬਦਨਾਵੀ, ਘਲ ਕੇ ਲਖਣ ਏਈ। ਦੇਖੋ, ਸੂਲੀ ਦਾ ਜੀਵਨ ਦਮ ਬਦਮ ਬਤੀਤ ਕਰਦੇ ਆਪ ਸਿਦਕ ਤੇ ਵਾਹਿਗੁਰੂ ਦੀ ਲਗਾਤਾਰ ਲਗਨ ਤੇ ਤਖਤ ਉੱਤੇ ਬਿਰਾਜੇ ਦੱਸਦੇ ਹਨ ਕਿ ਹਰਸਾ ਮੀਤ ਨਾਹੀ ਮੈਂ ਕੋਈ, ਜਿਨ ਤਨ ਮਨ ਦੀਆ ਸੁਰਤ ਸਮੋਈ, ਸਰਬ ਜੀਆ ਪ੍ਰਿਤਪਾਲ ਸੰਭਾਲੇ, ਸੋ ਅੰਤਰ ਦਾਨਾ ਬੀਨਾ ਹੈ। ਇਹ ਗੁਰੂ ਨਾਨਕ ਵਿਸ਼ਵਾਸ ਤੇ ਗੁਰੂ ਨਾਨਕ ਜੀਵਨ ਹੈ। ਉਸ ਬੇਅੰਤ ਅਸਲੀਅਤ, ਅਕੈਜ ਯਥਾਰਥ ਤੇ ਅਗੰਮ ਸੱਚ ਵਿੱਚ ਹਰ ਦਮ ਦੀ ਟੇਕ ਜਿਉਂਦੀ ਰਸ ਭਰੀ ਤੇ ਪ੍ਰੇਮ ਭਰੀ ਟੇਕ ਰਹੀ। ਤੇ ਗੁਰੂ ਨਾਨਕ ਦੇ ਇਸ ਲਗਾਤਾਰ ਪ੍ਰੇਮ ਨੇ ਇਸ ਅਰਦਾਸ ਦਾ ਵੇਲਾ ਨਾ ਆਉਣ ਦਿੱਤਾ ਕਿ ਗੁਰੂ ਨਾਨਕ ਘਬਰਾ ਜਾਵੇ ਤੇ ਆਖੇ ਕਿ ਮੇਰੇ ਅੱਗੋਂ ਜ਼ਹਿਰ ਦਾ ਪਿਆਲਾ ਢਾਲ। ਹਰ ਦੁੱਖ ਸੁੱਖ ਸਮੇਂ ਉਹਨਾਂ ਦੀ ਅਰਦਾਸ ਰਹੀ, ਜਿਉਂ ਭਾਵੇ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਨ ਪਤਾਰ। ਪੁਨਾ ਨਾਨਕ ਨਾਮ ਨਾ ਵਿਸਰੇ, ਜਿਉ ਭਾਵੇ ਤਿਵੇਂ ਰਜਾਏ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।